देखन सुन सुनावनो। मन में दृढ़िय साच, पूर रहे हो सर्वत्र में, नानक हर रंग राच। पूर रहे हो सर्वत्र में, नानक हर रंग राच। जेता जियो पिंड सब तेरा, तू अंतरजामी पुरख भगवान। दासन दास कहे जन नानक, जेहा तू कराए तेहा हों करी बख्यान। एक ओंकारा सतगुरु ते प्रसाद सच होए। वाहिगुरु जी की फतेह है, बेगन बनासन सोए। वाहिगुरु जी की फतेह है, बेगन बनासन सोए। जुगो जुग अटल जबर छतर तख्त दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੇ ਪਵਿੱਤਰ ਚਰਨਾਂ ਵਿੱਚ ਬੈਠ ਕੇ ਮਹਾਨ ਪੁਰਸ਼ਾਂ ਦੀ ਯਾਦ ਨੂੰ ਮਨਾਉਣ ਵਾਸਤੇ ਇਕੱਤਰ ਹੋਈ ਸਾਧ ਸੰਗਤ। ਦਾਸ ਤੋਂ ਪਹਿਲੇ ਮਹਾਂਪੁਰਸ਼ਾਂ ਨੇ ਆਪਣੇ ਕਮਾਏ ਹੋਏ ਵਚਨ ਬੜੀ ਮਨੋਹਰ ਰਸਨਾ ਦੁਆਰਾ ਆਪ ਸੰਗਤ ਨੂੰ ਗੁਰੂ ਦੀ ਬਾਣੀ ਦਾ ਕੀਰਤਨ ਕਰਕੇ, ਗੁਰੂ ਦਾ ਜਸ ਕਰਕੇ ਸੰਗਤ ਨੂੰ ਆਪਣੇ ਜੀਵਨ ਦੇ ਸਵਾਸ ਸਫਲ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਥੋੜ੍ਹੇ ਸਮੇਂ ਵਾਸਤੇ ਜਿਤਨਾ ਵੀ ਸਮਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨਗੇ, ਉਤਨੇ ਸਮੇਂ ਵਿੱਚ ਗੁਰੂ ਦੀ ਵਡਿਆਈ, ਗੁਰੂ ਦਾ ਜਸ ਕਰਨ ਦਾ ਸਮਾਂ ਜਿਤਨਾ ਵੀ ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਉਤਨਾ ਸਮਾਂ ਆਪ ਜੀ ਦੇ ਨਾਲ ਵਿਚਾਰ, ਗੁਰੂ ਦੀ ਬਾਣੀ ਦੀ ਵਿਚਾਰ, ਮਹਾਂਪੁਰਸ਼ਾਂ ਦੀ ਸਿਫਤ ਸਲਾਹ ਕਰਨ ਦਾ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਉਹ ਤਾਂ ਸਮਾਂ ਆਪ ਜੀ ਦੇ ਨਾਲ ਵਿਚਾਰ ਕੀਤੀ ਜਾਵੇਗੀ। ਸਤਿਗੁਰੂ ਜੀ ਦੇ ਬੜੇ ਪਵਿੱਤਰ ਵਚਨ ਨੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਸੰਤ ਦਾ ਮਾਰਗ ਹੈ ਹੀ ਧਰਮ ਦੀ ਪੌੜੀ। ਸੱਚ ਦੇ ਮਾਰਗ ਨੂੰ, ਸੰਤ ਦਾ ਮਾਰਗ ਹੈ ਹੀ ਸੱਚ ਦਾ ਧਰਮ ਦੀ ਪੌੜੀ। ਧਰਮ ਸੱਚ ਨੂੰ ਕਹਿੰਦੇ ਨੇ। ਜਿਹੜੇ ਪੁਰਖ ਸੱਚ ਦੇ ਮਾਰਗ 'ਤੇ ਚੱਲ ਜਾਂਦੇ ਆ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਧਾਰਮਿਕ ਪੱਖ ਤਾਂ ਬਹੁਤ ਵੱਡੀ ਗੱਲ ਹੈ। ਜੇ ਕੋਈ ਸਮਾਜ ਦੇ ਅੰਦਰ ਵੀ ਕੋਈ ਮਨੁੱਖ ਸੱਚ 'ਤੇ ਤੁਰਿਆ ਹੋਵੇ, ਸੱਚੀ ਗੱਲ ਕਰਦਾ ਹੋਵੇ, ਝੂਠ ਨਾ ਬੋਲਦਾ ਹੋਵੇ, ਸਮਾਜ ਦੇ ਲੋਕ ਉਹਦਾ ਵੀ ਸਤਿਕਾਰ ਕਰਦੇ ਹੈ। ਸੱਚ ਦਾ ਸਤਿਕਾਰ ਹੈ। ਜਿਹੜੇ ਧਰਮ ਦੇ ਮਾਰਗ 'ਤੇ ਚੱਲ ਜਾਂਦੇ ਆ, ਸੱਚ ਦੇ ਮਾਰਗ 'ਤੇ ਤੁਰਦੇ ਹੀ ਆ, ਜਿਹੜੇ ਧਰਮ ਦੇ ਮਾਰਗ 'ਤੇ ਤੁਰਦੇ ਆ, ਧਰਮ ਦੇ ਪੱਖ ਨੂੰ ਗ੍ਰਹਿਣ ਕਰਦੇ ਆ, ਉਹਨਾਂ ਦਾ ਸਤਿਗੁਰੂ ਜੀ ਨੇ ਬੜੇ ਸੁੰਦਰ ਬਚਨਾਂ ਵਿੱਚ ਸੇ ਮੁਕਤ ਪਏ ਜਿਨ ਹਰਿ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਉਹ ਮੁਕਤ ਤਾਂ ਹੋਏ ਹੀ ਨੇ। ਉਹਨਾਂ ਪੁਰਸ਼ਾਂ ਨੇ ਮੁਕਤ ਹੋਰ ਸੰਸਾਰ ਨੂੰ ਵੀ ਆਪ ਮੁਕਤ ਕਰੇ ਸੰਸਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਭ ਤੋਂ ਵੱਡੀ ਵਿਸ਼ੇਸ਼ਤਾ ਹੈ, ਚਾਰ ਸ਼੍ਰੇਣੀਆਂ ਵਿੱਚੋਂ ਇੱਕ ਮਨੁੱਖ ਨੂੰ ਮਾਨਤਾ ਦਿੱਤੀ ਹੈ ਸਾਰੀਆਂ 84 ਲੱਖ ਜੂਨਾਂ ਦੇ ਵਿੱਚੋਂ। ਉਹ ਬਹੁਤ ਦੁਨੀਆ ਨੂੰ ਪ੍ਰਾਪਤ ਹੋ ਚੁੱਕਾ ਹੈ। ਸਾਖਤ ਪੁਰਸ਼ਾਂ ਨੂੰ ਵੀ ਹੈ ਅਤੇ ਗੁਰਮੁਖਾਂ ਨੂੰ ਵੀ ਹੈ। ਮਨੁੱਖ ਸਰੀਰ ਪ੍ਰਾਪਤ ਇੱਕ ਬਹੁਤ ਵੱਡੀ ਪ੍ਰਾਪਤੀ ਹੈ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਭ ਤੋਂ ਮਹਿੰਗੀ ਜੂਨ ਲਿਖਿਆ ਹੈ। ਬਹੁਤ ਵੱਡੇ ਪੁੰਨ ਹੋਣ, ਬਹੁਤ ਜ਼ਿਆਦਾ ਪੁੰਨ ਮਨੁੱਖ ਦੇ ਹੋਣ, ਕਿਸੇ ਜੂਨ ਦੇ ਹੋਣ, ਕਿਸੇ ਆਤਮਾ ਦੇ ਵੱਡੇ ਪੁੰਨ ਹੋਣ ਤੇ ਮਾਨਸ ਜੋਨੀ ਮਿਲਦੀ ਆ। ਕਈ ਸਾਖਤ ਪੁਰਸ਼ਾਂ ਨੂੰ ਵੀ ਮਿਲੀ ਆ, ਪਰ ਉਹਨਾਂ ਨੂੰ ਧਾਰਮਿਕ ਪੱਖ ਪ੍ਰਾਪਤ ਨਹੀਂ ਹੋਇਆ। ਜਿਨ੍ਹਾਂ ਨੂੰ ਮਨੁੱਖ ਜੋਨੀ ਵਿੱਚ ਧਾਰਮਿਕ ਪੱਖ ਪ੍ਰਾਪਤ ਹੋ ਗਿਆ, ਸਾਧੂ ਮਹਾਤਮਾ ਦੀ ਸੰਗਤ ਪ੍ਰਾਪਤ ਹੋ ਗਈ, ਉਹਨਾਂ ਪੁਰਸ਼ਾਂ ਦੇ ਬਹੁਤ ਵੱਡੇ ਭਾਗ ਨੇ। ਗੁਰਬਾਣੀ ਵਿੱਚ ਵੀ ਉਹਨਾਂ ਪੁਰਖਾਂ ਦਾ ਜੇਕਰ ਜਗ੍ਹਾ ਜਗ੍ਹਾ 'ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ।
ਮਨੁੱਖ ਸਰੀਰ ਧਾਰਨ ਕਰਕੇ ਗੁਰੂ ਦਾ ਪਤਾ ਲੱਗ ਜਾਣਾ ਕਿ ਮੈਂ ਕੀ ਕਰਨ ਆਇਆ ਸੀ, ਕਰਨਾ ਮੈਨੂੰ ਕੀ ਚਾਹੀਦਾ ਸੀ। ਗੁਰੂ ਅਮਰਦਾਸ ਮਹਾਰਾਜ ਦੀ ਪਵਿੱਤਰ ਬਾਣੀ ਪੜ੍ਹੋ। ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇ ਕੈ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਸ ਨੇ ਤੈਨੂੰ ਪੈਦਾ ਕਰਕੇ ਸੰਸਾਰ ਵਿੱਚ ਭੇਜਿਆ ਸੀ, ਉਹਨੂੰ ਮਨ ਵਿੱਚ ਵਸਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਨ੍ਹਾਂ ਨੇ ਮਨ ਵਿੱਚ ਵਸਾ ਲਿਆ, ਉਹਨਾਂ ਨੇ ਜੋ ਮਨੁੱਖ ਜਨਮ ਦਾ ਪ੍ਰਯੋਜਨ ਸੀ ਉਸ ਨੂੰ ਪੂਰਾ ਕਰ ਲਿਆ। ਗੁਰੂ ਅਮਰਦਾਸ ਮਹਾਰਾਜ ਦੇ ਕਹਿਣ ਮੁਤਾਬਕ ਜਿਹੜੇ ਮਨੁੱਖ ਇਸ ਪ੍ਰਯੋਜਨ 'ਤੇ ਨਹੀਂ ਤੁਰਦੇ, ਇਸ ਮਾਰਗ 'ਤੇ ਨਹੀਂ ਤੁਰਦੇ, ਉਹਨਾਂ ਨੂੰ ਸਤਿਗੁਰੂ ਜੀ ਨੇ ਕਿਹਾ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀ ਵਾਸ। ਉਹਨਾਂ ਦਾ ਜਿਉਣਾ ਹੀ ਤ੍ਰਿਗ ਹੈ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਜਿਨ੍ਹਾਂ ਦੇ ਮੱਥੇ ਵਿੱਚ ਲਿਖਿਆ ਹੋਇਆ ਸੀ, ਉਹਨਾਂ ਨੂੰ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੋਈ ਹੈ। ਜਿਨ੍ਹਾਂ ਦੇ ਕਰਮ ਵਿੱਚ ਲਿਖਿਆ ਸੀ, ਉਹਨਾਂ ਨੂੰ ਜਾ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਗ੍ਹਾ ਜਗ੍ਹਾ ਤੋਂ ਜਾ ਜਾ ਕੇ ਉਹਨਾਂ ਨੂੰ ਉਤਾਰਿਆ ਹੈ। ਜਿਨ੍ਹਾਂ ਦੇ ਮਸਤਕ ਵਿੱਚ ਨਹੀਂ ਸੀ, ਉਹ ਭਾਵੇਂ ਕੋਲ ਵੀ ਬੈਠੇ ਰਹੇ। ਪਿਛੋਕੜ ਇਤਿਹਾਸ ਪੜ੍ਹ ਕੇ ਦੇਖੋ, ਬਹੁਤ ਸਾਰੇ ਗੁਰਸਿੱਖਾਂ ਨੂੰ ਸਮਾਂ ਵੀ ਪ੍ਰਾਪਤ ਹੋਇਆ, ਪਰ ਫਿਰ ਵੀ ਸਮੇਂ ਨੂੰ ਸੰਭਾਲ ਨਹੀਂ ਸਕੇ। ਐਸੇ ਮਹਾਂਪੁਰਸ਼ਾਂ ਦੀ ਸੰਗਤ ਉਸ ਜੀਵਨ ਦੇ ਸਵਾਸਾਂ ਨੂੰ ਸਫਲ ਕਰਨ ਵਾਸਤੇ ਸਭ ਤੋਂ ਵੱਡਾ ਇੱਕ ਮਨੁੱਖ ਨੂੰ ਸਾਧਨ ਪ੍ਰਾਪਤ ਹੋਇਆ ਹੈ। ਕਿਸੇ ਮਹਾਤਮਾ ਪੁਰਖ ਦੀ ਸੰਗਤ ਹੋ ਜਾਣੀ, ਅਖੀਰ ਦੇ ਵਿੱਚ ਜਿਸ ਤਰ੍ਹਾਂ 100 ਹੱਥ ਰੱਸਾ ਸਿਰੇ 'ਤੇ ਗੰਢ। ਸਿਆਣੇ ਪੁਰਖ ਕਹਿੰਦੇ ਆ ਵੀ ਅਖੀਰ 'ਤੇ ਗੱਲ ਫੈਸਲਾ ਇਹ ਹੈ, ਕਹੋ ਨਾਨਕੇ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ ਹੋ ਸਕਦਾ, ਭਾਵੇਂ ਜਿੰਨੇ ਮਰਜ਼ੀ ਜਨਮ ਲਾ ਲਵੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਰੋੜਾਂ ਜਨਮਾਂ ਦੀ ਵੀ ਗੱਲ ਕੀਤੀ ਆ, ਪਰ ਜਨਮ ਤਾਂ ਇਸ ਤੋਂ ਵੱਧ ਵੀ ਹੋਣਗੇ। ਸਤਿਗੁਰੂ ਜੀ ਨੇ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਪੜ ਭਾਗੀ ਪਾਏ, ਕੋਟ ਜਨਮ ਕੇ ਕਿਲ ਵਿਖਨਾਸੇ। ਕਰੋੜਾਂ ਜਨਮਾਂ ਦੇ ਪਾਪ ਕਰਮ ਜਿਹੜੇ ਇਕੱਠੇ ਹੋਏ ਆ, ਹਰ ਚਰਨੀ ਚਿੱਤ ਲਾਏ। ਜਿਹੜੇ ਕਰੋੜਾਂ ਜਨਮ ਦਾ ਪਤਾ ਨਹੀਂ ਕਦੋਂ ਦਾ ਮਨੁੱਖ ਤੁਰਿਆ ਹੋਇਆ, ਮਹਾਂਪੁਰਸ਼ਾਂ ਨੇ ਕਈ ਵਾਰੀ ਵਚਨ ਕਰਨਾ ਪਾਈ, ਪਤਾ ਨਹੀਂ ਜਦ ਸ੍ਰਿਸ਼ਟੀ ਸਾਜੀ ਆ ਉਦੋਂ ਦੇ ਤੁਰੇ ਹੋਏ ਆ। ਹਾਲੇ ਤੱਕ ਪਰਮੇਸ਼ਰ ਦੇ ਮਿਲਣ ਦੀ ਮਨ ਦੀ ਵਾਸ਼ਨਾ ਬਣਦੀ ਨਹੀਂ ਹੈ, ਮਨ ਦੀ ਭਾਵਨਾ ਨਹੀਂ ਬਣਦੀ ਹੈ। ਕਿੰਨੇ ਜਨਮ ਲੱਗ ਗਏ, ਬੜੇ ਬੜੇ ਅਵਤਾਰ ਆਏ। ਰਾਮ ਜੀ ਮਹਾਰਾਜ ਆਏ ਤ੍ਰੇਤੇ ਯੁੱਗ ਵਿੱਚ, ਫਿਰ ਜਿਹੜੇ ਰਹਿ ਗਏ, ਫਿਰ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਉਹਨਾਂ ਨੂੰ ਤਾਰਨਾ ਕੀਤਾ। ਜਿਹੜੇ ਫਿਰ ਰਹਿ ਗਏ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਤਾਰਨਾ ਕੀਤਾ। ਜਿਹੜੇ ਕਹਿੰਦੇ ਹੁਣ ਰਹਿ ਗਏ, ਉਹ ਸਮਾਂ ਅਗਲਾ ਸਤਿਯੁਗ ਵਿੱਚ ਜਗ੍ਹਾ ਨਹੀਂ ਮਿਲੂਗੀ ਉਹਨਾਂ ਨੂੰ, ਸਤਿਯੁਗ ਵਿੱਚ ਪ੍ਰਵੇਸ਼ ਨਹੀਂ ਕਰਨਗੇ। ਜਿਹੜੇ ਸਤਿਯੁਗ ਵਿੱਚ ਉਹੀ ਪ੍ਰਵੇਸ਼ ਕਰਨਗੇ ਪੁਰਖ ਜਿਹੜੇ ਸੰਤੋਖੀ ਹੋਣਗੇ, ਧਰਮ ਨਾਲ ਜੁੜੇ ਹੋਣਗੇ। ਸੰਤੋਖੀ ਪੁਰਖ ਹੀ ਧਰਮ ਦੇ ਨਾਲ ਜੁੜਦਾ ਹੈ। ਸਤਿਯੁਗ ਰਥ ਸੰਤੋਖ ਕਾ, ਧਰਮ ਅੱਗੇ ਰਥਵਾ। ਸੰਤੋਖ ਦਾ ਰਥ ਧਰਮੀ ਬੰਦੇ ਚਲਾਉਂਦੇ ਆ। ਜੇ ਸੰਤੋਖ ਦਾ ਜਿਹੜਾ ਰਥ ਹੈ, ਲੋਭੀ ਪੁਰਸ਼ ਉਹਨੂੰ ਚਲਾ ਨਹੀਂ ਸਕਦਾ। ਸੰਤੋਖ ਦੇ ਰਥ 'ਤੇ ਧਰਮੀ ਪੁਰਖ ਬੈਠੇ ਤੇ ਸਤਿਯੁਗ ਵਿੱਚ ਹੀ ਬੈਠੇ ਆ। ਉਹਨਾਂ ਪੁਰਖਾਂ ਨੂੰ ਸਤਿਯੁਗ ਪ੍ਰਾਪਤ ਹੈ ਹੁਣ ਵੀ, ਜਿਹੜੇ ਸੰਤੋਖੀ ਨੇ। ਬੜੇ ਇਤਿਹਾਸ ਪੜ੍ਹ ਕੇ ਦੇਖੋ, ਬੜੇ ਗੁਰਸਿੱਖਾਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਕਿਸੇ ਵਸਤੂ ਦੀ ਇੱਛਾ ਨਹੀਂ ਰੱਖੀ, ਸੰਸਾਰ ਦੇ ਵਿੱਚ ਪ੍ਰਭੂ 'ਤੇ ਇੱਛਾ ਰੱਖ ਕੇ ਬੈਠੇ ਰਹੇ। ਪ੍ਰਭੂ ਦੀ ਪ੍ਰਾਪਤੀ ਵਾਸਤੇ ਉਹਨਾਂ ਨੇ ਸਾਰਾ ਜੀਵਨ ਲਾ ਦਿੱਤਾ। ਕੋਈ ਧਨ ਦੀ ਦੌੜ ਨਹੀਂ ਲਾਈ, ਜਾਂ ਕੋਈ ਹੋਰ ਸੰਸਾਰ ਵਿੱਚ ਐਸੀ ਇੱਛਾ ਬਣਾ ਕੇ ਨਹੀਂ ਆਏ। ਕੇਵਲ ਤੇ ਕੇਵਲ ਪ੍ਰਭੂ ਪ੍ਰਾਪਤੀ ਵਾਸਤੇ ਹੀ ਸਾਰਾ ਜੀਵਨ। ਜਿਨ੍ਹਾਂ ਨੂੰ ਗੱਲ ਸਮਝ ਆ ਗਈ, ਜਿਨ੍ਹਾਂ ਦੇ ਗੱਲ ਅੰਦਰ ਬੈਠ ਗਈ, ਉਸ ਗੱਲ ਨੂੰ ਸਮਝ ਲਿਆ ਕਿ ਸੰਸਾਰ ਝੂਠਾ ਹੈ, ਜਿਹੜਾ ਪਰਮੇਸ਼ਰ ਹੈ ਉਹ ਸੱਚਾ ਹੈ। ਉਸ ਨੂੰ ਮਿਲਣ ਵਾਸਤੇ ਕੀ ਕਰਨਾ ਚਾਹੀਦਾ ਹੈ, ਉਹਨੂੰ ਸਮਝਾਉਣ ਵਾਸਤੇ ਮਹਾਂਪੁਰਸ਼ ਸੰਸਾਰ ਵਿੱਚ ਆਏ, ਅਵਤਾਰ ਆਏ। ਗ੍ਰੰਥ ਬੜੇ ਬੜੇ ਧਾਰਮਿਕ ਗ੍ਰੰਥ ਮਹਾਂਪੁਰਸ਼ਾਂ ਨੇ ਲਿਖੇ, ਵੇਦ ਲਿਖੇ ਆ, ਪੁਰਾਣ ਲਿਖੇ ਆ, ਸਿਮਰਤੀਆਂ ਲਿਖੀਆਂ ਨੇ, ਸਾਰੀਆਂ ਜੀਵ ਨੂੰ ਸਮਝਾਉਣ ਵਾਸਤੇ ਲਿਖੀਆਂ ਨੇ। ਜਿਹੜਾ ਮਨੁੱਖ ਨਹੀਂ ਸਮਝਦਾ ਉਹਦੀ ਆਪਣੀ ਮਰਜ਼ੀ ਹੈ, ਪਰ ਗਿਆਨ ਵਾਲੇ ਨੇ ਤਾਂ ਗਿਆਨ ਦੇ ਦਿੱਤਾ।
सतगुरु जी गुरु ग्रंथ साहिब विच लिखते हैं, माई माया छड़ तृण की अगन मेघ की छाया, गोबिंद भजन बिन हड़ का जल, वेद बख्यान करत साधु जन, भागहीन समझत नहीं खल। साधु महात्मा वेदां दा बख्यान करके दसदे आ, जिन्हां दे माड़े भाग है, खल कहंदे ने मूर्ख नूं। जिन्हां दे माड़े भाग है, मूर्ख है, वो इहनूं समझदे नहीं, इस पासे नूं तुरदे नहीं आ। छड़ सियाणप बहुत चतराई, दोए कर जोड़ साधु मग चल। अपनी सियाणप छड्डदे, कहंदे चतराई छड्डदे, दो हथ जोड़ के साधु दे मगर तुर पा। कबीर साहब लिखदे, कबीर संत की गैल ना छोड़ी है, मार्ग लागा जाओ, ਵੇਖਤ ही पुनीत होए भेट जपिया नाओ। दर्शन करदियां ही पवित्र हो जाओगे, जे अगर भेट हो जावे परमेश्वर का नाम जपण लग जाओगे। गुरु ग्रंथ साहिब दे विच ਇਹ भी बचन लिखिया कि संत के दर्शन हो जाण, मनुख की खोटी बिरती खत्म हो जाती है, दुरमत खत्म हो जाती है, मन के अंदर परमेश्वर के मिलण की जग्यासा पैदा हो जाती है, मनुख के अंदर भावना पैदा हो जाती है। जदों किसी के दर्शन करके महापुरख दे मनुख की भावना बन जाए, समझ लो खोटी मत दूर हो गई है। ਇਹਦਾ ਜਿਹੜਾ जिस तरह बूटा तरक्की करन लग गया, अगे पत्ते निकल जाते हैं, इस तरह उस आत्मा का भी तरक्की करन दी एक यही निशानी है कि जिस मनुख का दर्शन करके साधु महात्मा का मन की बिरती बदल जाए, मन का सुभाव बदल जाए, वो समझ लो पाप कर्म कट्टे जाते हैं। एक बारी साधु महात्मा इकट्ठे हुए सन, बड़े बड़े कमाइयां वाले। उत्थे विचार चलती सी कि जीव का भला किस तरह होवे। ये जीव जिहड़ा कई जन्मां दा परमेश्वर तो टुटिया होया है, इसका भला किस तरह होवे। सारे महात्मा ने आपो अपने विचार दसे। तो संत महाराज जी हरखो वालिए अखीर दे विच उन्हां नूं किसी प्रेमी ने पूछया, महाराज तुहाडा की विचार है, जीव का भला किस तरह हो सकता है। कहण लगे, भाई जिस साधु की उन्होंने विचार करदियां ये विचार चलती सी, साधु की निशानी की है। बहुत सारे गुरमुखां ने कहा, जिहड़ा सास ग्रास परमेश्वर का नाम जपदा होवे। किसी ने गुरमुख ने कोई गुरबाणी का प्रमाण दे के अर्थ दसिया। जदों महापुरखों ने पूछया, उन्होंने एक सवाल का जवाब ये दिता। कहण लगे, भाई जिस दे दर्शन करदियां मन शांत हो जाए वो साधु है, वो साधु की निशानी है। जिहड़े दर्शन करदियां मन के अंदर तब्दीली आ जाए, जिहड़े दर्शन करदियां मन के अंदर जिहड़े विचार उठते हैं, कदी विचार इधर उठदा कदी उधर विचार खड़ जाण, मनुख की बिरती टका विच आ जाए, कहंदे वो साधु है। जिस देखिया मन होए आनंद, सो सतगुर कहिए, मन की दुविधा विनस जाए, अंत परम पद लईए। मन के अंदर दुविधा जिहड़ी आ खत्म हो जाए, दर्शन करदियां मन खड़ा हो जाए। सतगुरु नाम निधान दृढ़ाया, चिंता सगल विनाशी। मन की दृढ़ता हो जाए, पूर्ण विश्वास खड़ा हो जाए। पर जिन्ना चिर पानी हिलदा है, पानी साफ नहीं कदी भी हो सकता। जिन्ना चिर भी पानी हिलदा रहे, पानी की गंदगी दूर नहीं हुंदी। पानी जदों हिलणों हट जाए, उहदी मैल थल्ले बह जाती है, उहदे विच मूँह दिसण लग जाता। जिन्ना चिर इस तरह जिन्ना चिर मन का टकाओ नहीं है, उन्ना चिर इनू अपने स्वरूप की पहचान नहीं हुंदी। अंदरों हिल जुल खत्म हो जाती है। विचारां दे अंदरों जिहड़ी लड़ाई है, हाँ ओए जो बीच हम तुम कछोते तिन की बात बुलानी। अंदर जिहड़ा रौला पिया होया, आत्मा कहती है सच गल है, मन उन्हों करन दी कोशिश करदा। आत्मा दसदी है तो झूठ बोलदा है, पर मन भारू हो जाता है। अंदरों एक आवाज़ आउंदी है मनुख की, सच कितने भी यतन करके किसी की तुसी जमीन ते जां किसी वस्तु ते कब्जा कर लो, अगर मनुख के मन के अंदर है भी मैं बाती करदा, उहदे अंदरों एक आवाज़ आउंदी है। अगर वो जज दे चलिया भी जावे, जाके गल वो कहंदा जी मेरी चीज़ है, पर अंदरों एक आवाज़ आउंदी है, वो कहंदा तेरी नहीं है। उहनूं कहंदे परमेश्वर दी अंश, उहनूं कहंदे आत्मा। जदों आत्मा दा तां मन का रौला खत्म हो जाए, दुविधा खत्म हो गई, फिर आत्मा भारू हो गई। जदों टका विच आ गई तो उदों फिर इनू अपने स्वरूप का
मैं कौन सी, मैं कित्थों आया सी, मैनू की करना चाहिदा सी। इहनूं सारा कुछ पता लग गया। जिन्ना चिर नूं अपना आप दा पता नहीं चलदा, मनुख नूं सोझी नहीं आउंदी मैं कौन हाँ, कित्थों आया हाँ, इहदे अंदर दुविधा खत्म नहीं हुंदी, उन्ना चिर नहीं हुंदा। इन्हां गल्लां नूं खत्म करन वास्ते, इन्हां गल्लां नूं मनुख नूं समझाउण वास्ते अवतार आए, महापुरख आए, जिन्हां विचों साहिब गुरु गोबिंद सिंह साहिब जी दे पंथ दे विचों एक महान महापुरुष जिन्हां दा जिक्र अज सिख पंथ दीआं बड़ियां बड़ियां स्टेजां ते बड़े सत्कार दे नाल नाम लिया जांदा। उन्हां विचों एक शरीर ये सी जिन्हां दा जिक्र अजिते रंधावे नूं गुरु नानक साहिब जी बहुत लंबा समा पहलां दस गए सी। वो 74 रूपां विचों एक रूप संत बाबा ज्वाला सिंह जी हरखो वालियां दा होया है। इन्हां दा सिख पंथ दे अंदर जिन्हां नूं साहिब गुरु गोबिंद सिंह साहिब जी भी महाराज इन्हां दा जिक्र कर गए सी। खालसा मेरो रूप है खास, खालसे में हो करो निवास। उन्हां महापुरुषां दी याद मनाउण वास्ते जो परसों रोज़ तो अखंड पाठ रखे सन, ਉਹਦੀ विचार थोड़े समय वास्ते जो सतगुरु जी ने हुक्मनामे बख्शिश किए ने। हुक्मनामे की बड़ी महानता है। साध संगत भावें इस गल की कोई विचार करे या ना करे, किसी को समझ लगे या ना लगे, वो गल वखरी है, पर यह एक फैसला है। वो फैसला जिहड़ा है ये सारे बोली गुरु की जानते नहीं। जदों कोई मनुख कई बार मृतक हो जाता, वो मृतक तो बाद एक भोग पाया जाता है, ਉਹਦੇ ਵਿੱਚ गुरु ग्रंथ साहिब जी महाराज अगे अरदास की जाती है, ਉਹਦਾ भी एक हुक्मनामा होया करदा। फैसला है महाराज वो आत्मा कित्थे पहुँची है, कित्थे चली गई, की होया ਉਹਦੇ नाल। इस तरह जो अखंड पाठ या सहज पाठ आपां प्रारंभ कराउने हैं, ਉਹਦੀ संपूर्णताई की अरदास तो बाद एक हुक्मनामा होया करदा। वो हुक्मनामा जो सतगुरु जी ने बख्शिश किया है, थोड़े समय वास्ते ਉਹਦੀ विचार संगत के नाल करनी है। जैत श्री राग के अंदर जैत श्री महला पंजवा, जैत श्री राग के अंदर सतगुरु जी ने बख्शिश किया है कर दूजा, एक ओंकार सतगुर प्रसाद। कोई जाने कवन इहां जग मीत। संसार दे विच मित्र बड़े दिसदे ने, ਧੀਆਂ पुत्र भैन भरा बड़े साख संबंधी ने। गुरु अर्जन देव महाराज बैठे ने, बैठिया बैठिया गुरु अर्जन देव महाराज नूं संगत नूं पुछया, भाई थानू पता है असल मित्र तुहाडा कौन है, असल मित्र कौन है। तो संगत विचों एक प्रेमी उठिया, कहंदा महाराज मैं बेनती करां जी। कहण लगे दसो। कहण लगे महाराज जदों कोई मनुख बीमार हो जाता तो उहदे धीआं पुत भैणां भरा साक संबंधी चक के उहनूं हस्पताल लै जांदे आ, ਉਹਦਾ इलाज कराउंदे आ, ਉਹਨੂੰ ਦੱਬਦੇ आ, ਘੁੱਟਦੇ आ। महाराज ये असल मित्र तो यही होणगे जिहड़े नेड़े रहिंदे। गुरु अर्जन देव महाराज कहंदे कोई बंदा जे ते किरपा होवे वो ये गल जाणदा है कि असल मित्र संसार विच मेरा कौन है। जिहदे ते किरपा होवे, जिस होए कृपाल जिस ते किरपा करे, सोई बिद बूझे ताकि निर्मल रीत, वो इस गल नूं बुझ सकदा है। उस गुरु अर्जन देव महाराज ने उस गुरसिख नूं जवाब दिता। कहण लगे मात पिता बनता सुत बंधप, इष्ट मीत अर भाई। माता पिता सुत पुत्र, मात पिता बनता सुत पुत्र, मात पिता बनता सुत बंधप। बंधप होंदे रिश्तेदार साख संबंधी। इष्ट मीत अर भाई कई धर्म के भरा बने होंदे। ये कहंदे पूर्व जन्म के मिले संजोगी, अंते को ना सहाई। ये पिछलियां जन्मां दे संजोगी इकट्ठे होए आ, अंत वेले सहायक कोई नहीं है इन्हां दे विचों। अंत समय किसी मनुख के कंड विच प्राण फसे होण, उहनूं दस वे तेरे इन्ने साख संबंधी खड़े आ, उहनूं कोई आसरा कर देणगे। अंत समय जो मनुख नूं तकलीफ हुंदी आ, उहदे साख संबंधी उहनूं आसरा कर देणगे। नहीं, गुरु अर्जन देव महाराज कहंदे इन्हां चों ये तां पिछले साख संबंधी पुराने जन्मां दे इकट्ठे होए आ। मात पिता बनता सुत बंधप, इष्ट मीत अर भाई। पूर्व जन्म के मिले संजोगी, अंते को ना सहाई। जदों अर्जन ने हथियार रख दिते, भगवान कृष्ण नूं कहण लग्या महाराज मोरे बड़े बड़े महात्मा मेरे सारे रिश्तेदार साख संबंधी बजुर्ग खड़े आ, इन्हां नूं मार के मैं राज लिया तो फिर मैं राज करना नहीं है।
भगवान कृष्ण लैन लगे, अर्जन तू अज दा नहीं तुरिया होया, ये जिन्ने साख संबंधी अज दे नहीं तुरे हुए, ये पिछलियां जन्मां दे तेरे नाल तुरे हुए आ। इन्हां ने हुण चले जाना, फिर अगला जन्म प्राप्त हो जाऊगा, तैनूं भी अगला जन्म प्राप्त, तेरे सका कोई नहीं आए, ये तो तेरे नाल कुछ समय वास्ते रिश्ता सी। तां गुरु अर्जन देव महाराज कहंदे भाई ये भी असल मित्र जीव दे नहीं हन, इष्ट मीत अर भाई पूर्व जन्म के मिले संजोगी, पिछलियां जन्मां दे संजोगी इकट्ठे होए आ। बिरखे हेठ सब जंत इकट्ठे, एक तत्ते एक बोलण मिठे, अस्त अदोत पया उठ चले ज्यों ज्यों औध विहाणियाँ। एक दरख्त के उत्ते जीव जंतु मनुख बहुत सारे पंछी बैठे आ, बहुत सारे कोई मिठी बोली बोलते आ, कोई कौड़ी बोलते आ। जब सवेर हुंदी है सारे उठ के चले जाते, अपनी अपनी दिशा में चले जाते हैं। ये अपने अपने समय मुताबक अपना जीवन बिताउण वास्ते आए है, तेरा सका कोई नहीं है। तो फिर एक गुरसिख ने होर उठ के कहा, महाराज हुक्म होवे तो मैं भी बेनती करा। कहन लगे दसो। कहते मुक्त माल कनक लाल हीरा मनोरंजन की माया। महाराज धन दौलत है, मनुख के बोल हीरे जवाहरात ने, ये महाराज ये मनुख के सहायक नहीं होंगे। साहब गुरु अर्जन देव महाराज कहते हाहा करत बिहानी अब दे तां मैं संतोख ना पाया। ਇਹਦੇ ਵਿੱਚ ਕਿਸੇ ਨੂੰ ਸੰਤੋਖ नहीं मिलिया। बड़े बड़े राजन अर भूमन तिन की तृष्ण ना बुझी। बड़े बड़े राजिਆਂ ਕੋਲ ਜਿਨ੍ਹਾਂ ਕੋਲ ਪੈਸੇ ਦਾ ਅੰਤ ਕੋਈ ਨਹੀਂ, ਜਿਨ੍ਹਾਂ ਦੇ ਰਾਜ ਦੇ ਵਿੱਚ ਸੂਰਜ ਕਦੀ ਛਿਪਦਾ ਨਹੀਂ ਸੀ, ਉਹਨਾਂ ਦੀ ਵੀ ਤ੍ਰਿਸ਼ਨਾ ਬੁਝੀ ਨਹੀਂ ਹੈ। ਹਾਹਾ ਕਰਤ ਬਿਹਾਨੀ ਅਬਦੇ, ਕਹਿੰਦੇ ਐਵੇਂ ਹੀ ਉਮਰ ਚਲੀ ਗਈ, ਦੇਖਦਿਆਂ ਖੁਸ਼ ਹੁੰਦਾ ਰਿਹਾ, ਧਨ ਦੌਲਤਾਂ ਨਾਲ ਨਹੀਂ ਗਈ। ਮਹਾਂਪੁਰਸ਼ ਕਹਿੰਦੇ ਮਨੁੱਖ ਦੇ ਖਾਣ ਵਿੱਚ ਥੋੜਾ ਹੀ ਆਉਂਦਾ, ਬਾਕੀ ਸਾਰਾ ਇੱਥੇ ਹੀ ਰਹਿ ਜਾਂਦਾ। हाहा करत बिहानी अबद है तां मैं संतोख ना पाया। ये तो मनुख नूं पता नहीं, भागवत पुराण विच गल लिखी है कि मनुख नूं पता है थोड़ी उम्र है, पर फिर भी इहदी तृष्णा मरदी नहीं है, उहदी दौड़ लगी रहिंदी है। इस तृष्णा नूं खत्म करन वास्ते सतगुरु जी ने बड़े प्रमाण गुरु ग्रंथ साहिब विच दित्ते है। जिद्दां एक गुण नूं अंदर वाड़ लईए तो औगण दूजा अपने आप ही निकल जाता। तुसीं लोभ नूं अंदरों कढ दिओ, संतोख आपे आप अंदर आ जू। मनुख के अंदर संतोख आ गया तो लोभ निकल जाना। एक औगण अंदरों कढ़ दो, दूजा गुण अपने आप ही आके बैठ जाता है। जो धुप नूं अंदरों कढ़ते हैं तो छां अपने आप ही आ जाती है। धुप नूं नठाउण की कोशिश नहीं करनी पैंदी, छां कर दिओ, धुप अपने आप बाहर चली जाती है। जो मनुख अंदर हीटर ला लैंदा, ठंड बाहर हो जाती है तो गर्मी हो जाती है। एक चीज़ का विरोधी जो एक नूं तुसीं कढोगे, दूआ अपने आप आ जाऊगा। ਤਾਂ सतगुरु जी कहते ਤਾਂ मैं संतोख ना पाया। कहते ये संतोख नहीं मनुख नूं आ सकता, असल मित्र नहीं मनुख का है। बड़े बड़े दुनिया के अंदर राजे आए है जिन्हां ने बर भी लाए हुए सी, ना अंदर मरा ना बाहर मरा, ना किसी शास्त्र तो मरा, ना 84 लाख जून तो मरा, ना आकाश में मरा, ना धरती ते मरा, वो भी संसार विचों चले गए। कहते ये चीज़ां किसी काम नहीं आईयां। कहते हस्त रथ अस पवन तेज धनी पोमन चतरंगा, संग ना चालिए संग ना चालिए इनमें कछू है ऊठ सदायो नांगा। हाथियां वाले रथ, घोड़ियां वाले, हवा विच उड़न वाले रथ, चतरंगा। कहते 4 तरह की फौज हुंदी है। पैदल फौज है, घोड़ियां वाली फौज है, हाथियां वाली फौज है, हवा नाल रथां वाली फौज है। 4 प्रकार की फौज है। संग ना चालो इनमें कछुए ऊठ सदायो नांगा। इन्हां विचों नाल कुछ नहीं जाता। कहते जिहड़े राजे महाराजे आ, किन्ने प्रकार की फौज है इन्हां दे कोल, इन्हां दे नाल नहीं जाती। तां ये गल्लां समझाउण वास्ते महापुरख संसार विच आउंदे आ। संसार के जीवां नूं समझाउण वास्ते, संसार के जीवां नूं समय समय अनुसार ड्यूटी लगदी है। ये साहिब गुरु गोबिंद सिंह साहिब जी महाराज के पंथ के विचों संत बाबा ज्वाला सिंह जी, तुसीं समाजिक पढ़ाई पढ़ो, बहुत सारे तुहाडे विच पढ़े लिखे होणगे, उन्हां नूं समाज विच अहुदा मिल जाता। कोई बड़ा अफसर लग जाता, कोई किसी पासे उन्होंने सत्कारत अहुदा मिल जाता। इस तरह धार्मिक पक्ष दे विच जदों मनुख पढ़ाई पढ़ लैंदा, उहदे विच सत्कारत अहुदे लिखे ने। गुरमुख है, गुरसिख है, साध है, संत है, ब्रह्म ज्ञानी है, भगत है,
ये सारे अहुदियां दे गुरु ग्रंथ साहिब विच लिखे ने। यह पढ़ाई मनुख पढ़ लवे तो ब्रह्म ज्ञानी है, यह पढ़ाई पढ़ लवे तो भगत है, यह पढ़ाई पढ़ लवे साध है, यह पढ़ाई पढ़ लवे संत है, यह पढ़ाई पढ़ ले तो गुरमुख है। प्रहलाद नूं जन भी कहा, तो प्रहलाद नूं भगत भी कहा, तो प्रहलाद नूं संत भी कहा। तकरीबन रलदे मिलदियां अहुदे ने। इन्हां दे विचों ये अहुदा ब्रह्म ज्ञान का अहुदा जिहड़ा है उहदे विच 16 गुण दस्से ने गुरु ग्रंथ साहिब जी के अंदर। मनुख नूं पता है मेरे विच किहड़ा गुण है किहड़ा औगण है, पुछण की जरूरत नहीं है। 16 गुण गुरु तेग बहादुर साहिब जी ने लिखे है। वैसे 14 गुण सरोते दे लिखे है, 14 बखते दे लिखे है। जे बखते में 14 गुण होण ते वो सरोते ते असर कर जाता, जे सरोते में 14 गुण होण ते बखते की गल फड़ लैंदा। वैसे मैं तो 3 गुण लिखता हुन्ना, 3 गुण बखते दे 3 सरोते दे। जे बखते में 3 गुण होण ते सरोते में 3 गुण होण ते उहदी कीती हुई गल उहदे अंदर बस जाती है। बखते दे 3 गुण है, जिन्हां महापुरुषां विच 3 गुण सी। सब तो पहला बरागी होना चाहिए। बरागी पूर्व कर्म अंकर जब प्रगटिओ भेटिओ पुरख रसक बरागी। बरागी हुंदा जिहदी आत्मा परमेश्वर दे मिलन वास्ते बराग अंदर बरागी बराग की भावना है, प्रेम की भावना है। जिहदे अंदर प्रेम नहीं है वो दूजे ते काट नहीं करता। वक्ता वो भावें जिन्ना मर्जी कोशिश कर लवे, उहदा ज्ञान खुश्क ही है। जदों कोई बरागी पुरख गल करदा है तो दूजे ते जिद्दां कोई मीह पै जांदा है, तो मीह पै के मूहरे धरती नूं गिल्ली कर दिंदा, तो उहनूं जम्मण योग बना दिंदा। जे बरागी पुरख गल नहीं करता, बरागी नहीं तो वह भी खुश्क है, तो मूहरे भी खुश्क है, तो फिर उहदे विच बीज जमदा नहीं है। बरागी पुरख एको ही गल कर देवे, वो पुरख दूजियां ते असर करती है। जिन्हां दे अंदर बराग है, ऐसे पुरखां नूं बरागी पुरखां दा सतगुरु जी ने वचन लिखिया, ऐसे पुरखां दा मिलाप हो जावे। जे बखते दे अंदर बराग है, प्रेम की भावना है, बराग है, वो दूजे ते असर करता है। कईयां अंदर बरागता हो जाता है, तो उन्हां दे अंदर तो कई बार दूजा गुण है कक्का। कक्का है किरत धर्म की। जे धर्म की किरत बरागी की नहीं है तो वह बराग भी पूरा नहीं है। किरत धर्म की होनी जरूरी है। तो तत्ता है त्याग। ये 3 गुण बखते विच होण तां दूजे जिहड़े 11 गुण है अपने आप ही प्रवेश कर जाते। उधर सरोते दे 3 गुण है। सरोते 3 गुण है, उहदे विच सस्सा सुरत टिकदी होवे। ये नहीं भी सुरत फोन नाल जुड़ी होवे तो कई बार फोन आ जाता तो उठ के चले जाता, वो सुरत टिकती नहीं है। सुरत गल नूं फड़न वास्ते तैयार नहीं है। सुरत उस गल ते टिकदी होवे, मैं आ गल गुरु की सुननी है। सस्सा सुरत ते रारा रहम दया। दया धर्म का मूल है। धौल धर्म दया का पूत। जिहदे अंदर दया है उत्थे धर्म भी खड़ गया, जिहदे अंदर दया नहीं धर्म नहीं खड़दा। तीजा नंबर त्याग। उहदे अंदर भी त्याग होवे, वो भी संतोखी होवे, वो भी संतोखी होवे, दोनों का बचन फिर काट कर जाता। संत महाराज जी हरखो वालिए वो जदों कोई बचन करते सन ना, बचन करन दी तां किसी की हिम्मत भी है नहीं सी, पर वो सहज सुभाव ही बचन कर जाते सी ते मनुखां ते असर कर जाता सी। जदों कोई उन्हां नाल बचन करन दी हिम्मत करदा सी ते विच कोई बंदा पा के गल करनी पैंदी सी, मैं जी बचन करना, उहदे सामने खड़े हो के हिम्मत सी नहीं सी किसी की गल करने दी भी मैं गल कर लवां। विच बंदे नूं किसी नूं कहना मैं बचन करना, वो कहंदे सी कर लो। वो फिर बचन करते हुंदे सी। जिहड़ा बचन कर दिता फिर वो तत्काल उस वेले पूरा हो जाता सी। पहली गल तो उन्होंने दर्शन करने दे नाल ही मन पवित्र हो जाता सी। भी जिन्होंने ज्ञान बख्शिश कर लिया, ज्ञान ले लिया, उन्होंने पुरखों ने फिर सारा जीवन उन्होंने सवासां तक जीवन ला दिता। एक बाबा ठाकर जी होए आ, उन्होंने सेवक ढंडोवाल पिंड सुल्तानपुर के कोल पिंड है उन्हों का। उन्होंने प्रण कर लिया कि जिन्ना चिर मैं 10वें पातशाह जी के दर्शन नहीं करने मैं प्रसादा नहीं छकना। और 3 महीने लंघ गए, उन्होंने प्रसादा नहीं छकिया। 3 महीनों तो बाद संत महाराज हरखोवाल जी उन्होंने मिले।
ਉਹਨੂੰ ਪੁੱਛਣ ਲੱਗੇ ਪ੍ਰਸ਼ਾਦਾ नहीं छकदा। कहते जी महाराज मैं प्रण किया होया भी 10वें पातशाह के जिन्ना चਿਰ दर्शन नहीं होंगे मैं प्रशादा छकना नहीं है। ऐदा खड़े खड़े कहते अखां मीट अखां खोल दे। जब ठाकर जी ने अखां खोलियां सामने 10वें पातशाह स्वरूप बन के खड़े उस वेले पैरों ते टै पए। 12 साल हरखो आड़ फिर लकड़ां की सेवा की। 12 साल जिन्हां दे एक बचन विच पावर सी। 12 साल फिर उन्होंने सेवा की। फिर भी हुण भी उन्होंने पिंड में उन्होंने बरसी मनाते हैं। ऐसे पुरखों में 16 गुण गुरु तेग बहादुर साहब जी ने लिखे है। वैसे तो गुरु तेग बहादुर साहब जी ने एक बचन श्लोकों में भी लिखा, जो प्राणी निस दिन भजै रूप राम ते जान, हर जन हर अंतर नहीं नानक साची मान। जिहड़ा दिन रात परमेश्वर का भजन करता है परमेश्वर का रूप ही है। संगत ने पूछा महाराज फिर ये तो किसी ने दसना नहीं मैं भजन करता दिन रात, उसकी निशानी गुरु तेग बहादुर साहब महाराज कहते उहदे जिहड़े लक्षण है उन्होंने गुण देख लो। वो गुण अगर होण ते उही है। वो गुण गुरु तेग बहादुर साहब जी ने दसे, जो नर दुख मैं दुख नहीं माने। बहुत सारे मनुख तुहाडे विच भी होणगे जिहड़े कई बंदे दुख की परवाह नहीं करते ते सुख होंदियां होइयां भी सुखां नाल भी बहुता प्रेम नहीं करते। बहुत मनुखां विच ये गुण हुंदा। जरूरी नहीं है गुण महापुरुषां विच होवे, कई मनुखां विच भी है। जो नर दुख में दुख नहीं माने, सुख स्नेह भै नहीं जाके कंचन माटी माने। गुरु तेग बहादुर साहब जी ने भी बचन किया, हरख सोग जाके नहीं बैरी मीत समान। खुशी गमी बराबर होण, कहो नानक सुन रे मना मुक्त ताहे तै जान। है बड़ी औखी गल है खुशी गमी विच बराबर रहना। गुरु अर्जन देव महाराज ने यह बचन फिर कुछ संगत के प्रेमियों ने बेनती की, महाराज औखा बड़ा जी है, ऐसे पुरखों के कोई दर्शन करा दो। हैगे भी बंदे जी कहते हैगे है, कहते महाराज दर्शन करा दो जी। कहते करा दिने। कहते फलाने पिंड चलिया जा, पिंड का नाम सी गुजरात। कहते उत्थे एक साडा सिख है भाई पखारी, उहदे विच ये गुण है। जदों गुरसिख गया गुरु अर्जन देव महाराज ने हुक्मनामा लिख के दे दिता, गुरसिख नूं दिखा लिया। उस गुरसिख ने मत्थे नूं लाया, उस गुरसिख नूं मत्था टेकिया, सत्कार किया। आए मिल गुरसिख आए मिल, तू मेरे गुरु के प्यारे। सत्कार किया। उन्होंने घर ब्याह सी, बड़ी खुशी का माहौल सी। खुशी के माहौल में एक पासे हलवाई लगे हुए आ, बीबियां एक पासे गीत गा रही। तो भाई साहब ने उठ के दिखा लिया, उन्होंने जल पानी छका के। हलवाई लगे हुए आ, कहन लगे साडे लड़के की शादी है कल नूं। सारा समान दिखा के अखीर में भाई साहब जी ने एक कमरा छोटा जिहा खोलिया। उत्थे एक सीढ़ी रखी हुई है, कफन रखिया होया, मुरदे की जो समग्री चाहिए उत्थे रखी हुई है। वो बड़ा हैरान होया, कहता महाराज थोड़े तो ब्याह है जी, ये तो मरियो की समग्री है, ये तो मरे बंदे ते काम आउंदी है। वो कहन लगे इहदी भी जरूरत पैनी है, इहदी भी जरूरत पैनी है। दूसरे दिन भाई साहब जी सवेरे उठे, उन्होंने गुरसिख नूं नाल लै गए। नेड़े पिंड में शादी सी, उत्थे शादी करके वापस मुड़िया है। जो शादी करके बस मुड़े तो लौटे के वेले का टाइम सी। वो लड़का अंदर बड़िया, जो उन्हें लड़की का मूँह देखा वो मौत हो गई। वो जेड़े खुशी में उसले नचते गाते सी सारे थले चादर बिछा के बैठ गए। खुशी का माहौल एकदम गमी में बदल गया। उन्होंने भाई साहब ने अंदरों कढ़िया चादर चूदर थले बिछातियाँ। तो ना तो भाई साहब के ब्याह वेले कोई खुशी सी, तो ना हुण कोई उन्होंने चेहरे ते गमी सी। उन्होंने अंदरों उही समान कढ़िया, वो लड़के नूं अर्थी ते पा के शमशान नूं लै गए। शमशान में लिजा के संस्कार करके वापस भाई साहब जी आ गए। सारे रिश्तेदार उन्होंने चले गए, मगरों गुरसिख रह गया तो भाई साहब रह गए। उन्हें सोचा भी इनू पता सी मेरे मुंडे ने मर जाना। उन्हें सोचा इनू पता सी
ਇਹਨੇ ਤਾਂ ਹੀ ਸਮਾਨ ਲਿਆ ਕੇ ਰੱਖਿਆ ਹੋਇਆ ਸੀ। ਉਹਨੂੰ ਕਹਿਣ ਲੱਗਿਆ, ਭਾਈ ਸਾਹਿਬ ਤੈਨੂੰ ਪਤਾ ਸੀ ਤੇਰੇ ਮੁੰਡੇ ਦੀ ਮੌਤ ਹੋ ਜਾਣੀ, ਤੇ ਕੁੜੀ ਦੀ ਜ਼ਿੰਦਗੀ ਕਿਉਂ ਖਰਾਬ ਕੀਤੀ ਹੈ? ਜੇ ਤਾਂ ਕੁੜੀ ਮੁੰਡੇ ਦਾ ਵਿਆਹ ਹੀ ਕਰਨਾ ਸੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਤੋਂ ਇਹਦੀ ਉਮਰ ਹੋਰ ਮੰਗ ਲੈਂਦਾ। ਉਹ ਭਾਈ ਸਾਹਿਬ ਕਹਿਣ ਲੱਗੇ, ਗੁਰਮੁਖਾ ਤੂੰ ਪਰਮੇਸ਼ਰ ਦੀ ਕੁਦਰਤ ਨੂੰ ਜਾਣਦਾ ਨਹੀਂ ਹੈ। ਜੋ ਸੰਸਾਰ ਵਿੱਚ ਵਰਤ ਰਿਹਾ ਤੂੰ ਉਸ ਨੂੰ ਜਾਣਦਾ ਨਹੀਂ ਹੈ। ਤੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਇਹ ਮੁੰਡਾ ਪਿਛਲੇ ਜਨਮ ਵਿੱਚ ਕੌਣ ਸੀ। ਇਹ ਗੱਲ ਨੂੰ ਤੂੰ ਜਾਣਦਾ ਨਹੀਂ ਹੈ। ਤੈਨੂੰ ਇਹ ਵੀ ਨਹੀਂ ਪਤਾ ਵੀ ਆਹ ਜਿਹੜੀ ਕੁੜੀ ਨੂੰਹ ਬਣ ਕੇ ਆਈ ਹੈ ਇਹ ਕੌਣ ਹੈ। ਕਹਿਣ ਲੱਗਿਆ, ਇਹ ਮੁੰਡਾ ਪਿਛਲੇ ਜਨਮ ਵਿੱਚ ਤਪੱਸਿਆ ਕਰਦਾ ਸੀ। ਭਾਈ ਭਿਖਾਰੀ ਜੀ ਕਹਿੰਦੇ ਇਹ ਮੁੰਡਾ ਪਿਛਲੇ ਜਨਮ ਵਿੱਚ ਤਪੱਸਿਆ ਕਰਦਾ ਸੀ। ਤਪੱਸਿਆ ਕਰਦਿਆਂ ਕਰਦਿਆਂ ਕਈ ਵਾਰ ਰੁਕਾਵਟ ਖੜੀ ਹੋ ਜਾਂਦੀ ਹੈ। ਇਹ ਲੜਕਾ ਤਪੱਸਿਆ ਕਰਦਿਆਂ ਜੰਗਲ ਵਿੱਚ ਇੱਕ ਦਿਨ ਸ਼ਹਿਰ ਨੂੰ ਗਿਆ, ਤੇ ਸ਼ਹਿਰ ਜਾਂਦਿਆਂ ਜਾਂਦਿਆਂ ਬੇਸਵਾ ਅੱਗੇ ਖਿੜਕੀਆਂ ਵਿੱਚ ਬਹਿੰਦੀਆਂ ਸੀ, ਤੇ ਇਹ ਜਿਹੜੀ ਲੜਕੀ ਹੈ ਇਹ ਬੇਸਵਾ ਬਣ ਕੇ ਬੈਠੀ ਸੀ ਉੱਥੇ। ਜਦ ਬੇਸਵਾ ਨੇ ਸਾਧੂ ਨੂੰ ਦੇਖ ਲਿਆ, ਸਾਧੂ ਨੇ ਬੇਸਵਾ ਨੂੰ ਦੇਖ ਲਿਆ। ਸਾਧੂ ਦੇ ਅੰਦਰ ਬੇਸਵਾ ਦੀ ਫੋਟੋ ਆ ਗਈ, ਤੇ ਬੇਸਵਾ ਦੇ ਅੰਦਰ ਸਾਧੂ ਦੀ ਆ ਗਈ। ਆ ਜਿੱਥੇ ਤੁਸੀਂ ਹੁਣ ਬੈਠੇ ਸਾਰੀ ਫੋਟੋ ਤੁਹਾਡੇ ਅੰਦਰ ਹੈ। ਘਰ ਜਾ ਕੇ ਜਦ ਮਰਜ਼ੀ ਦੇਖ ਲਿਓ, ਇਹ ਫੋਟੋ ਬਣ ਗਈ ਅੰਦਰ, ਨਾਲ ਦੀ ਨਾਲ ਬਣੀ ਜਾਂਦੀ ਆ। ਉਹ ਸਾਧੂ ਨੇ ਆ ਕੇ ਜਦੋਂ ਉੱਥੇ ਆਪਣੇ ਸਥਾਨ 'ਤੇ ਆਇਆ, ਤੇ ਉਹਦੇ ਅੰਦਰ ਇੱਕ ਬਾਸ਼ਨਾ ਰਹਿ ਗਈ। ਮੈਂ ਮੁੜ ਕੇ ਫਿਰ ਉਹਨੂੰ ਦੇਖਣਾ ਸੀ, ਤੇ ਉਹ ਜਿਹੜੀ ਲੜਕੀ ਸੀ ਬੇਸਵਾ ਸੀ ਉਹਦੇ ਅੰਦਰ ਸਾਧੂ ਦੀ ਫੋਟੋ ਆ ਗਈ। ਸਾਧੂ ਦੀ ਬਿਰਤੀ ਉੱਥੋਂ ਟੁੱਟ ਗਈ, ਉਹਦੀ ਉਧਰਲੇ ਪਾਸੇ ਸੁਰਤ ਚੱਲ ਗਈ, ਤੇ ਜਿਹੜੀ ਬੇਸਵਾ ਸੀ ਉਹਦੀ ਸੁਰਤ ਸਾਧੂ ਵਿੱਚ ਚਲੀ ਗਈ। ਤੇ ਮੈਂ ਉਹਨੂੰ ਮਿਲਣਾ ਸੀ। ਉਹ ਸਾਧੂ ਦੀ ਬਿਰਤੀ ਉੱਥੋਂ ਟੁੱਟੀ, ਤੇ ਉਹ ਟੁੱਟੀ ਤੇ ਉਹਦਾ ਸਰੀਰ ਛੁੱਟ ਗਿਆ, ਸਿਰਫ ਬਾਸ਼ਨਾ ਅੰਦਰ ਰਹਿ ਗਈ। ਮੈਂ ਉਹਨੂੰ ਮਿਲਣਾ ਸੀ। ਉਹ ਭਾਈ ਸਾਹਿਬ ਕਹਿੰਦੇ ਤੈਨੂੰ ਪਤਾ ਨਹੀਂ, ਇਹ ਬਾਸ਼ਨਾ ਬੱਧਾ ਜਨਮ ਆਉਂਦਾ ਜਾਂਦਾ ਹੈ ਮਨੁੱਖ। ਇਹ ਬਾਸ਼ਨਾ ਇਹਦੀ ਬਣੀ ਹੋਈ ਸੀ। ਮੈਨੂੰ ਪਤਾ ਸੀ ਜਦੋਂ ਇਹਨੇ ਕੁੜੀ ਦਾ ਮੂੰਹ ਦੇਖਣਾ, ਇਹਦੀ ਬਾਸ਼ਨਾ ਇੰਨੀ ਸੀ, ਹੋਰ ਕੋਈ ਭਾਵਨਾ ਹੈ ਨਹੀਂ ਸੀ। ਮੂੰਹ ਦੇਖਣਾ ਹੀ ਸੀ, ਮੂੰਹ ਦੇਖਣਾ ਇਹਦੀ ਮੌਤ ਹੋ ਜਾਣੀ ਹੈ, ਉਨੀ ਬਾਸ਼ਨਾ ਹੈ, ਹੋਰ ਬਾਸ਼ਨਾ ਨਹੀਂ ਸੀ। ਉਹ ਕਹਿਣ ਲੱਗੇ ਮੈਂ ਤਾਂ ਸਮਾਨ ਲਿਆ ਕੇ ਰੱਖਿਆ ਸੀ, ਸ਼ਹਿਰ ਦੂਰ ਸੀ, ਸਮਾਨ ਮੁੜ ਕੇ ਮਿਲਣਾ ਨਹੀਂ ਸੀ। ਇਹ ਜਿਹੜਾ ਸਾਧੂ ਹੈ ਇੱਥੋਂ ਹੁਣ ਬਿਰਤੀ ਟੁੱਟੀ ਸੀ, ਬਾਸ਼ਨਾ ਪੂਰੀ ਹੋ ਗਈ, ਮੁੜ ਕੇ ਉੱਥੋਂ ਹੀ ਫਿਰ ਤੁਰੂਗਾ ਇਹ ਜਿੱਥੋਂ ਬੰਦਗੀ ਟੁੱਟ ਗਈ। ਜਿੱਥੋਂ ਕਿਤਾਬ ਇੱਕ ਬੰਦਾ ਪੜ੍ਹਦਾ ਪੜ੍ਹਦਾ ਸੌਂ ਗਿਆ, ਤੇ ਸਵੇਰ ਨੂੰ ਉੱਥੋਂ ਹੀ ਕਿਤਾਬ ਫਿਰ ਚੱਕ ਲਈ। ਕਹਿੰਦੀ ਉਹ ਤਪੱਸਿਆ ਤਾਂ ਖਤਮ ਨਹੀਂ ਹੋਈ, ਪਰ ਉੱਥੇ ਰੁਕਾਵਟ ਪੈ ਗਈ। ਉਹ ਰੁਕਾਵਟ ਕਾਰਨ ਹੁਣ ਜਿਹਦੀ ਇਹਦੀ ਇਹ ਬਾਸ਼ਨਾ ਵਿੱਚ ਸੀ, ਬਾਸ਼ਨਾ ਨੇ ਜਨਮ ਲੈ ਆਂਦਾ। ਜਨਮ ਹੁਣ ਬਾਸ਼ਨਾ ਖਤਮ ਹੋ ਗਈ, ਤੇ ਹੁਣ ਉੱਥੋਂ ਕਿਤਾਬ ਚੱਕ ਲੂਗਾ। ਇਹ ਬੇਸਵਾ ਦੇ ਅੰਦਰ ਸਾਧੂ ਦੀ ਫੋਟੋ ਆ ਗਈ। ਸਾਧੂ ਦੀ ਫੋਟੋ ਆਉਣ ਦੇ ਨਾਲ ਇਹਦਾ ਮਨ ਪਵਿੱਤਰ ਹੋ ਗਿਆ, ਇਹਨੂੰ ਪੁੰਨ ਮਿਲ ਗਿਆ, ਇਹਦਾ ਵੱਡਾ ਭਾਗ ਬਣ ਗਿਆ ਕਿ ਹੁਣ ਸੰਗਤ ਦੀ ਸੇਵਾ ਕਰੂਗੀ। ਇਹ ਮਾੜੇ ਕਰਮ ਤੋਂ ਨਿਕਲ ਗਈ, ਹੁਣ ਇੱਥੇ ਸਾਧ ਸੰਗਤ ਦੀ ਸੇਵਾ ਕਰੂਗੀ, ਇਹਦਾ ਭਲਾ ਹੋ ਜਾਊਗਾ। ਸਾਧੂ ਮੁੜ ਕੇ ਉੱਥੇ ਜਾਊਗਾ। ਉਹ ਗੁਰਸਿੱਖ ਦੇ ਪੈਰੀਂ ਪੈ ਗਿਆ। ਮਨੁੱਖ ਦਾ ਪਤਾ ਲੱਗ ਜਾਣਾ, ਸੰਤ ਮਹਾਰਾਜ ਜੀ ਕਹਿੰਦੇ ਸੀ ਗੁਰੂ ਕਹਾਉਣ ਦਾ ਹੱਕਦਾਰ ਉਹ ਹੈ 100 ਜਨਮ ਦੀ ਜੀਵ ਦੀ ਘੱਟੋ ਘੱਟ ਜਾਣਦਾ ਹੋਵੇ। ਜੇ 100 ਨਹੀਂ ਤਾਂ 3 ਦੀ ਜ਼ਰੂਰ ਜਾਣਦਾ ਹੋਵੇ, ਕਿੱਥੋਂ ਆਇਆ, ਕੌਣ ਹੈ, ਕਿੱਥੇ ਜਾਣਾ ਇਹਨੇ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਦੋਂ ਸਾਹਿਬਾਂ ਦੀ ਤਕਰੀਬਨ 11 ਸਾਲ ਦੀ ਉਮਰ ਸੀ, ਹਾਲੇ ਗੁਰਗੱਦੀ 'ਤੇ ਬੈਠੇ ਹੀ ਸਨ। 11 ਸਾਲ ਦੇ ਬੱਚੇ ਦੇਖੋ ਕਿੱਡੇ ਕਿੱਡੇ ਕਾ, ਆਪਣੇ ਵੀ ਇੱਥੇ 11 ਸਾਲ ਦੇ ਹੋਣਗੇ। 11 ਸਾਲ ਦੀ ਉਮਰ, 2 ਸਾਲ ਹਲੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੁਰਗੱਦੀ 'ਤੇ ਬੈਠਿਆਂ ਹੋਏ ਸਨ। ਬੈਠਿਆਂ ਬੈਠਿਆਂ ਦੀਵਾਨ ਲੱਗਿਆ ਹੋਇਆ, ਸੰਗਤ ਬੈਠੀ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਿੰਘਾਸਨ 'ਤੇ ਬੈਠੇ ਸੀ, ਦੁਨੀਆ ਮੱਥਾ ਟੇਕ ਟੇਕ ਕੇ ਸਾਈਡਾਂ 'ਤੇ ਬੈਠੀ ਸੀ। ਇੱਕ ਪਾਸੇ ਸਾਧੂਆਂ ਦੀ ਸੰਗਤ ਸੀ, ਬੜੇ ਬੜੇ ਗੁਰਮੁਖ ਪਿਆਰੇ, ਇੱਕ ਪਾਸੇ ਪੰਗਤ ਉਹਨਾਂ ਦੀ ਸੰਗਤ, ਇੱਕ ਪਾਸੇ ਉਹਨਾਂ ਦੀ ਮੰਡਲੀ ਬਹਿੰਦੀ ਹੁੰਦੀ ਸੀ, ਇੱਕ ਪਾਸੇ ਸੰਗਤ ਬਹਿੰਦੀ ਹੁੰਦੀ ਸੀ, ਇੱਕ ਪਾਸੇ ਬੀਬੀਆਂ ਹੋਰ ਸਾਰੇ ਬੈਠੇ ਸਨ। ਬੈਠੇ ਬੈਠੇ ਸੜਕ ਦਾ ਨੇੜਾ ਸੀ, ਤੇ ਉੱਥੋਂ ਇੱਕ ਕਲੰਦਰ ਤੁਰਿਆ ਜਾਵੇ ਰਿੱਛ ਲੈ ਕੇ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਇੱਕ ਸਿੰਘ ਨੂੰ ਕਹਿੰਦੇ ਜਾ ਉਹਨੂੰ ਸੱਦ ਕੇ ਲਿਆ, ਰਿੱਛ ਵਾਲੇ ਨੂੰ ਸੱਦ ਕੇ ਲਿਆ। ਰਿੱਛ ਵਾਲਾ ਰਿੱਛ ਨੂੰ ਲੈ ਕੇ ਆ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਇਹ ਤੋਂ ਕੀ ਕਰਾਉਣਾ ਹੁੰਦਾ ਤੂੰ? ਇਹਦੇ ਗਲ 'ਚ ਰੱਸਾ ਪਾਇਆ, ਜੰਗਲੀ ਜਾਨਵਰ ਹੈ, ਨਾ ਇਹ ਹਲ ਵਾਹ ਸਕਦਾ, ਨਾ ਕੋਈ ਹੋਰ ਕੰਮ ਕਰ ਸਕਦਾ, ਕੰਮ ਤਾਂ ਇਹਦਾ ਕੋਈ ਨਹੀਂ, ਇਹ ਤੋਂ ਕੀ ਕਰਾਉਣਾ ਹੁੰਦਾ? ਕਹਿੰਦਾ ਜੀ ਇਹਨੂੰ ਮੈਂ ਸਿਖਾਲਿਆ ਹੈ, ਇਹਨੂੰ ਮੈਂ ਸਿਖਾਲਿਆ। ਜਦੋਂ ਮੈਂ ਇਹਨੂੰ ਕਹਿੰਦਾ ਤੇ ਨੱਚਣ ਲੱਗ ਜਾਂਦਾ।
ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਨਚਾ ਕੇ ਦਿਖਾਣ। ਉਹਨੇ ਇਸ਼ਾਰਾ ਕੀਤਾ ਤੇ ਉਹ ਨੱਚਣ ਲੱਗ ਗਿਆ। ਉਹ ਨੱਚਣ ਲੱਗ ਗਿਆ, ਸਾਰੇ ਸਿੱਖ ਹੱਸਣ ਲੱਗ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਿਛਲੇ ਪਾਸੇ ਭਾਈ ਕੀਰਤੀਆ ਜਿਹੜਾ ਚੌਰ ਲੈ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਿਰ ਤੇ ਸੀਸ ਤੇ ਚੌਰ ਦੀ ਸੇਵਾ ਕਰਦਾ ਸੀ, ਉਹ ਵੀ ਹੱਸਣ ਲੱਗ ਪਿਆ। ਸਾਹਿਬ ਪਿੱਛੇ ਨੂੰ ਮਾੜੀ ਜਿਹੀ ਗਰਦਨ ਘੁਮਾ ਕੇ ਕਹਿਣ ਲੱਗੇ, ਤੂੰ ਨਾ ਹੱਸ, ਤੂੰ ਨਾ ਹੱਸ। ਕਹਿੰਦਾ ਮਹਾਰਾਜ ਸਾਰੇ ਹੱਸਦੇ। ਕਹਿੰਦੇ ਇਹਨਾਂ ਨੂੰ ਹੱਸੀ ਜਾਣ ਦੇ, ਤੂੰ ਨਾ ਹੱਸ। ਕਹਿੰਦੇ ਮਹਾਰਾਜ ਮੈਨੂੰ ਰੋਕਦੇ ਆ। ਕਹਿੰਦੇ ਤੈਨੂੰ ਜੇ ਪਤਾ ਲੱਗ ਗਿਆ ਤੈਂ ਗੁੱਸਾ ਬਹੁਤ ਕਰਨਾ, ਤੂੰ ਹੱਸ ਨਾ, ਬਸ ਤੂੰ ਚੌਰ ਕਰੀ ਜਾ। ਕਹਿੰਦਾ ਮਹਾਰਾਜ ਮੈਨੂੰ ਦੱਸੋ ਜੀ। ਕਹਿੰਦੇ ਜੇ ਤੈਨੂੰ ਪਤਾ ਲੱਗ ਗਿਆ ਫਿਰ ਕਹਿੰਦਾ ਇਹ ਜਿਹੜਾ ਰਿੱਛ ਨੱਚਦਾ, ਕਹਿੰਦੇ ਤੇਰਾ ਪੇ ਹੈ ਇਹ ਸੋਭਾ ਰਾਮ। ਭਾਈ ਸੰਤੋਖ ਸਿੰਘ ਜੀ ਨੇ ਸੂਰਜ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇਹ ਗੱਲ ਲਿਖੀ ਹੈ। ਕਹਿੰਦੇ ਫਿਰ ਉਹ ਭਾਈ ਕੀਰਤੀਏ ਨੇ ਚੌਰ ਲਿਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੋਹਰੇ ਰੱਖ ਦਿੱਤਾ। ਕਹਿੰਦਾ ਸਾਰੀ ਜ਼ਿੰਦਗੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਤੇ ਚੌਰ ਦੀ ਸੇਵਾ ਕਰਕੇ ਜੇ ਫਿਰ ਰਿੱਛ ਦੀ ਜੂਨੇ ਪਾਉਣੀ ਸੀ ਤਾਂ ਤੁਸੀਂ ਹੁਣ ਮੈਨੂੰ ਬਾਂਦਰ ਬਣਾਓਗੇ। ਫਿਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਗੁੱਸਾ ਨਾ ਕਰ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਤਿਗੁਰ ਪੂਰਾ ਕਿਆ ਕਰੇ, ਜਿਉਂ ਸਿੱਖਾਂ ਮੈਂ ਚੂਕ, ਅੰਧੇ ਏਕ ਨ ਲੱਗੀ, ਜਿਉਂ ਬਾਂਸ ਬਜਾਈਏ ਫੂਕ। ਪੂਰਾ ਸਤਿਗੁਰੂ ਕੀ ਕਰ ਸਕਦਾ? ਸਿੱਖ ਵਿੱਚ ਹੀ ਔਗਣ ਹੋਣ, ਸਿੱਖ ਵਿੱਚ ਹੀ ਨੁਕਸ ਹੋਣ। ਆਪਣੇ ਪੇ ਨੂੰ ਪੁੱਛ ਲਾ, ਇਹਨੂੰ ਰਿੱਛ ਦੀ ਜੂਨ ਕਿੱਦਾਂ ਮਿਲੀ ਹੈ? ਜੇ ਅਸੀਂ ਤੈਨੂੰ ਦੱਸਤਾ ਤੇ ਸਾਡਾ ਕਿਹਾ ਨਹੀਂ ਮੰਨਣਾ। ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਸ ਕਲੰਦਰ ਨੂੰ ਕਹਿਣ ਲੱਗੇ ਵੀ ਰਿੱਛ ਤੂੰ ਵੇਚਣਾ? ਕਹਿੰਦਾ ਮਹਾਰਾਜ ਵੇਚ ਦੇਵਾਂਗੇ ਜੀ। ਸੌਦਾ ਕਰਕੇ ਉਹਨੂੰ ਪੈਸੇ ਦੇ ਕੇ ਰਿੱਛ ਨੂੰ ਤੋੜ ਦਿੱਤਾ, ਰਿੱਛ ਵਾਲੇ ਨੂੰ ਤੋੜ ਦਿੱਤਾ। ਪਾਣੀ ਦਾ ਗਲਾਸ ਲੈ ਕੇ ਰਿੱਛ ਤੇ ਮਾਰਿਆ ਛਿੱਟਾ, ਰਿੱਛ ਦੇ ਵਿੱਚੋਂ ਆਤਮਾ ਨਿਕਲ ਕੇ ਬਾਹਰ ਭਾਈ ਸੋਭਾ ਰਾਮ ਖੜਾ ਹੋ ਗਿਆ। ਸਾਹਿਬ ਕਹਿਣ ਲੱਗੇ ਸੋਭਾ ਰਾਮ, ਆਹ ਮੁੰਡਾ ਤੇਰਾ ਦੇਖ ਲੈ ਚੌਰ ਰੱਖ ਕੇ ਖੜ ਗਿਆ, ਇਹਨੂੰ ਦੱਸ ਤੈਨੂੰ ਰਿੱਛ ਦੀ ਜੂਨ ਕਿੱਦਾਂ ਮਿਲੀ ਆ? ਕਹਿੰਦਾ ਮਹਾਰਾਜ ਮੈਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਤੇ ਚੌਰ ਦੀ ਸੇਵਾ ਕਰਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਮੈਂ ਕੜਾਹ ਪ੍ਰਸ਼ਾਦ ਵਰਤਾਉਂਦਾ ਸੀ, ਮੇਰੇ ਮਨ ਦੇ ਅੰਦਰ ਇਹ ਸੀ ਕਿ ਮੈਂ ਗੁਰੂ ਦੇ ਨੇੜੇ ਹਾਂ, ਗੁਰੂ ਦੇ ਨੇੜੇ ਹਾਂ, ਮੇਰੇ ਜਿੰਨਾ ਕੋਈ ਨੇੜੇ ਨਹੀਂ ਹੈ। ਕਹਿੰਦਾ ਮੈਂ ਪ੍ਰਸ਼ਾਦ ਵਰਤਾਉਂਦਾ ਸੀ ਤੇ ਇੱਕ ਗੁਰਸਿੱਖ ਨੱਠਾ ਆਇਆ। ਉਹ ਕਹਿੰਦਾ ਮੈਨੂੰ ਪ੍ਰਸ਼ਾਦ ਦੇ ਦੇ, ਮੇਰਾ ਗੱਡਾ ਲੰਘ ਜਾਣਾ। ਕਹਿੰਦਾ ਮੈਂ ਪਹਿਚਾਣਿਆ ਨਹੀਂ ਮਹਾਰਾਜ, ਉਹਦੇ ਧੂੜ ਤਾੜੀ ਤੇ ਵੀ ਪਈ ਸੀ, ਮੂੰਹ ਤੇ ਵੀ ਪਈ ਸੀ, ਦਸਤੇ ਕੱਚੇ ਸਨ, ਮੈਂ ਪਹਿਚਾਣ ਨਹੀਂ ਸਕਿਆ। ਮੈਂ ਕਿਹਾ ਹੁਣੇ ਹੀ ਆਇਆ, ਹੁਣੇ ਹੀ ਪ੍ਰਸ਼ਾਦ ਮੰਗਦਾ, ਮੈਂ ਘੁੰਮ ਕੇ ਦੂਏ ਪਾਸੇ ਨੂੰ ਹੋਇਆ, ਉਹ ਟੱਪ ਕੇ ਦੂਜੇ ਪਾਸੇ ਨੂੰ ਹੋ ਗਿਆ। ਮੈਂ ਉਹਨੇ ਫਿਰ ਮੈਨੂੰ ਕਿਹਾ ਪ੍ਰਸ਼ਾਦ ਦੇ ਦੇ, ਮੈਂ ਉਹਨੂੰ ਕਿਹਾ ਵੀ ਹੁਣੇ ਮੈਂ ਪ੍ਰਸ਼ਾਦ ਦਿੱਤਾ ਨਹੀਂ, ਉਹ ਘੁੰਮ ਕੇ ਦੂਜੇ ਪਾਸੇ ਹੋ ਗਿਆ। ਕਹਿੰਦਾ ਮਹਾਰਾਜ ਮੇਰੇ ਮੂੰਹੋਂ ਨਿਕਲ ਗਿਆ ਕਿੱਦਾਂ ਰਿੱਛ ਮੰਗਰ ਟੱਪਦਾ ਫਿਰਦਾ। ਉਹਨੇ ਥੱਲੇ ਉਹ ਧਰਤੀ ਤੋਂ ਕਿਣਕਾ ਚੱਕਿਆ, ਪ੍ਰਸ਼ਾਦ ਦਾ ਡਿੱਗਿਆ ਹੋਇਆ ਚੱਕ ਕੇ ਮੂੰਹ 'ਚ ਪਾ ਕੇ ਕਹਿਣ ਲੱਗਾ ਗੁਰਮੁਖਾ, ਗੁਰੂ ਘਰ ਵਿੱਚ ਆ ਕੇ ਤਾਂ ਬੋਲੀ ਬਦਲ ਜਾਣੀ ਚਾਹੀਦੀ ਹੈ। ਗੁਰੂ ਘਰ ਵਿੱਚ ਆ ਕੇ ਮਨੁੱਖ ਦੀ ਚਾਲ ਬੋਲ ਸਾਰਾ ਕੁਛ ਦੁਨੀਆ ਨਾਲੋਂ ਵੱਖਰਾ ਹੋ ਜਾਂਦਾ। ਫਿੱਕਾ ਬੋਲਣ ਵਾਲੇ ਨੂੰ ਤਾਂ ਦਰਗਾਹ 'ਚ ਵੀ ਧੱਕਾ ਦੇ ਦਿੰਦੇ, ਫਿੱਕਾ ਬੋਲਣ ਵਾਲੇ ਨੂੰ ਪੰਚਾਇਤ ਵੀ ਸਜ਼ਾ ਦੇ ਦਿੰਦੀ ਆ। ਜਿਹੜਾ ਕੌੜਾ ਬੋਲਦਾ ਉਹਨੂੰ ਪੰਚਾਇਤ ਵੀ ਸਜ਼ਾ ਦਿੰਦੀ ਹੈ, ਕੌੜਾ ਬੋਲਦਾ ਉਹਨੂੰ ਸਰਕਾਰੀ ਦਰਬਾਰੇ ਵੀ ਸਜ਼ਾ ਮਿਲਦੀ ਹੈ। ਫਿੱਕਾ ਬੋਲਦਾ ਉਹਨੂੰ ਦਰਗਾਹ ਵਿੱਚ ਵੀ ਫਿੱਕਾ ਦਰਗਹਿ ਸੱਟੀਏ, ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ। ਦਰਗਾਹ ਵਿੱਚ ਵੀ ਫਿੱਕੇ ਮੰਦਰ ਫਿੱਕੋ ਫਿੱਕੀ ਸਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੱਟੀਏ, ਮੂੰਹ ਥੁੱਕਾ ਫਿੱਕੇ ਪਾਏ। ਕਹਿੰਦੇ ਦਰਗਾਹ ਵਿੱਚੋਂ ਵੀ ਧੱਕਾ ਦੇ ਦਿੰਦੇ ਆ, ਤੈਨੂੰ ਬੋਲਣਾ ਨਹੀਂ ਆਇਆ, ਗੁਰੂ ਤੇਗ ਬਹਾਦਰ ਸਾਹਿਬ ਦਾ ਸੇਵਾਦਾਰ ਹੋ ਕੇ ਤੈਨੂੰ ਬੋਲਣਾ ਨਹੀਂ ਆਇਆ। ਜਾਂ ਕਹਿੰਦੇ ਪ੍ਰਸ਼ਾਦ ਮੈਨੂੰ ਤਾਂ ਮਿਲ ਗਿਆ, ਰਿੱਛ ਹੁਣ ਤੂੰ ਹੀ ਬਣ। ਕਹਿੰਦਾ ਮੈਨੂੰ ਮਹਾਰਾਜ ਬਾਅਦ ਵਿੱਚ ਪਤਾ ਲੱਗਿਆ ਇਹ ਤੁਹਾਡਾ ਸਿੱਖ ਭਾਈ ਧੰਨਾ ਸਿੰਘ ਸੀ। ਕਹਿੰਦਾ ਮੈਂ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੂਹਰੇ ਬੇਨਤੀ ਕੀਤੀ, ਮਹਾਰਾਜ ਮੈਨੂੰ ਹੁਣ ਧੰਨਾ ਸਿੰਘ ਨੇ ਇਹ ਬਚਨ ਕਰ ਦਿੱਤਾ। ਸਾਹਿਬ ਕਹਿਣ ਲੱਗੇ ਇਹਨਾਂ ਦਾ ਬੋਲ ਮੈਂ ਨਹੀਂ ਮੋੜ ਸਕਦਾ, ਮੇਰੀ ਕੀਤੀ ਮੋੜ ਦਿੰਦੇ ਆ ਪਰ ਮੈਂ ਇਹਨਾਂ ਦੀ ਕੀਤੀ ਮੋੜ ਨਹੀਂ ਸਕਦਾ। ਮੈਂ ਇਹਨਾਂ ਦੀ ਜੀਭ ਤੇ 24 ਘੰਟੇ ਬਾਸਾ ਕਰਦਾ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਮੇਰਾ ਬਾਸਾ ਇਹਨਾਂ ਦੀ ਜੀਭ ਤੇ ਹੈ। ਦੋ ਜਗ੍ਹਾ ਪਰਮੇਸ਼ਰ ਨੇ ਆਪਣੇ ਬਸਣ ਦੇ ਦਸੀਆਂ, ਪ੍ਰਭ ਜੀ ਵਸੇ ਸਾਧ ਕੀ ਰਸਨਾ। ਤਿੰਨ ਜਗ੍ਹਾ ਦਸੀਆਂ, ਇੱਕ ਸਾਧੂ ਦੀ ਰਸਨਾ ਦੱਸੀ ਹੈ, ਇੱਕ ਸਾਧੂ ਦਾ ਹਿਰਦਾ ਦੱਸਿਆ,
एक संगत दसी है। संगत भी गुरु की सत दे नाल जुड़ी हुई संगत होए, विच संगत हर प्रभ बसे जीओ। साध संग साध नानक प्रभ जी बसे साध की रसना। साधु की रसना ते परमेश्वर वासा करदा, जां साधुआं दे पार ब्रह्म साध रिध बसे। गुरु तेग बहादुर साहब कहन लगे, गुरमुखा हुण तां ये बचन तैनूं रिछ बनना ही पैना। कहंदा महाराज हुण माफ़ी दे दिओ जी। कहन लगे माफ़ी तां एक बार रिछ बन जा, हुण तैनूं 10वें जामे विच बख्श देवांगे। कहंदा महाराज फिर मैं ये जून प्राप्त की, तुहाडी किरपा हुई है महाराज, मैनूं जून तो छुटकारा मिल गया। गुर जिहड़ा सिख है उस विच कमी हो सकती है, गुरु विच कमी नहीं है। सतगुरु जी की पवित्र बाणी लिखती, सतगुर पूरा क्या करे। कबीर साहब जी की पवित्र बाणी है, जो सिखा मैं चूक अंधे एक न लगे, ज्यों बांस बजाइए फूक। संत महाराज जी हरखो वालिए पुरातन समयां दे पिछले गुरसिखां नाल जिन्हां जिन्हां नाल हिसाब सी, उन्हां गुरसिखां ते किरपा करके उन्होंने कढ़ के लियाए। एक दिन बैठे बैठे कहंदे, भाई तुसीं नहीं सानू जाणदे, असीं तुहानूं सारिआं नूं जाणदे। कित्थों कित्थों तुसीं आए हो, कित्थों कित्थों तुसीं कित्थे जाना, कित्थों आए हैं, सानूं तुहाडा सारिआं दा ही पता। कल्ले कल्ले गुरसिख नूं जाणदे सन, कल्ले कल्ले जाके जिहड़ा भी कोई किते बाबा प्रेम सिंह जी की मोहियां की मंडी वाले वो गालां बहुत कढ़दे हुंदे सन। वो सीगे तां होर महापुरुषां दे सेवक, पर संत महाराज ने उन्हां ते किरपा कीती। संत महाराज जी हरख उत्थे गए आनंदपुर साहब, बाबा प्रेम सिंह जी ने बेनती की, महाराज किरपा कर दिओ जी। कहंदे गालां कढ़नियां बंद कर दे, किरपा हो जू। कहंदे जी नहीं गालां नहीं बंद करनियां, किरपा लैनी। कहंदे किरपा नहीं होनी। दूजे साल महाराज फिर गए, कहंदे महाराज किरपा कर दिओ जी। कहंदे किरपा गालां कढ़नियां बंद कर दे। कहंदे जी ये नहीं करनियां, किरपा लैनी। महाराज फिर आ गए। तीजे साल महाराज फिर गए, कहंदे प्रेम सिंह गालां कढ़नियां बंद कर दे, किरपा हो जू। कहंदे नहीं जी। चौथे साल महाराज फिर गए, कहंदे महाराज किरपा कर दिओ जी। कहंदे गालां कढ़नियां बंद कर दे, किरपा हो जूगी। कहंदे जी नहीं बंद नहीं करनियां। दृष्टि की, किरपा करती। उन्होंने पता सी मेरे मूँह गाल चढ़ी है, मेरे मूँह चों निकल जानी, महापुरुषों का बचन उल्ट जाना। गालां अखीर तक कढ़दे ही रहे। फिर उन्होंने जी रसना का बचन सी। एक बारी संगत में बैठे बैठे कहंदे भाई कभी जिल देखी तुसी जिल? कहंदे महाराज जिल देखी है जी। कहंदे उहदे विच खुब्बिया बंदा निकल नहीं सकता। कहंदे हाँ जी। कहंदे संत महाराज जी हरखो वालिए इदां परमेश्वर के नाम विच खुब्बे होए सी, भावें सैकड़े मनुख मन मुखाले दुआले आ जाण, उन्हां दी बिरती नूं उथान नहीं कर सकते सी, हिला नहीं सकते सी। इन्ने बंदगी विच जुड़े हुए सन। जिधर नूं दृष्टि कर दिंदे सी उसे बिल्ले जोड़ दिंदे सी। बड़े बड़े महात्मा संत बाबा गजन सिंह जी उन्हां दे गड़बई रहे आ, वो भी आनंदपुर साहब बाबा प्रेम सिंह जी के नाल रहे। अज भी स्थान है उत्थे आनंदपुर साहब बाबा सुंदर सिंह जी अली बेग वालियां दे सेवक सन। सेवक नहीं देखिया किहदा है, जिहदी पढ़ाई पूरी देखी उहदे ते किरपा कर दी। संत बाबा शादी सिंह जी रोपड़ वाले, हैड दरबार वाले, उन्होंने महाराज ने कहा शादी सिंह तू सेवा सिंह दे नाल सेवा करा दिया कर आनंदगढ़ के किले। बाबा शादी सिंह फिर लिया के दुध पिंडा चों गराह के लिया के आनंदगढ़ किले बाबा सेवा सिंह जी दे नाल सेवा कराउंदे रहे। एक दिन बाबा शादी सिंह कहन लगे महाराज मैं जदों पिंडां विच जाना चोला पाया लोग मैनूं मत्था टेकदे, मैनूं किसी गल दा पता नहीं है। कई बीबियां कहंदियां साडे दुध नहीं ठहरदा घर विच, कई बीबियां कहंदियां साडा मुंडा नहीं पढ़दा, कई बीबियां कहंदियां साडा मुंडा बाहर नहीं जांदा। मैनूं लोग साधु समझ के महाराज बेनतियां करदे, मैं की कहा करां जी, मैनूं तां पता नहीं है किसी गल दा। कहंदे शादी सिंह तू इदां कहा कर, तू जिहड़ा तैनूं कहे मेरा काम नहीं हुंदा उहनूं कह दिया कर दसौंध कढिया करो, जिहड़ा तेरा कहा मन के दसौंध कढ़ दिया करू तो सारे कार्य पूरे हो जाणगे। वो फिर अखीर तक बाबा शादी सिंह यही बचन करते रहे, जिहने जाना कहंदे भी मैनूं तां महापुरुषां दा बचन है, उही बचन करना। 3 बचन बाबा शादी सिंह जी नूं कीते। कहण लगे पुੱਤ साडी गल चेते रखी, 3 गल्लां साडीआं याद रखी।
जे जीवन में तरक्की करनी है। एक तो किसी तो मंगना नहीं है, एक जीवन दे विच प्राहुणा बन के रहना, संसार विच प्राहुणे बन के रहना। एक रहन के पहुन तो आए बहुत जुग आस बधाए। इत्थे आस बधा के नहीं बैठना, चले जान जिदा प्राहुणा आया रात रह के चले गया, इदा रहना। तीजी गल मेरी चेते रखी, किसी का औगड़ नहीं चितारना। वो नहीं सी किसी नूं कुछ भी कहंदे हुंदे, जिहड़ा मर्जी किसी विच औगण होवे कुछ नहीं सी कहंदे। जिन्हां जिन्हां ते किरपा कर दित्ती महापुरुषां ने, उन्होंने फिर जीवन दे विच तरक्की करके अज दुनिया उन्हां दे जाण तो बाद भी उन्हां दी पूजा करदी है। उन्हां दे जाण तो बाद भी उन्हां नूं दुनिया चेते करदी है। जिन्हां विच गुण हुंदे आ उन्हां नूं दुनिया याद करदी है। गन्ने दा रस आपां चूसदे हैं, गन्ने दी पोरी विच रस हुंदा पर गठ विच रस नहीं हुंदा। पर जदों आपां गन्ना चूसदे हैं उहदी गठ भी चूस के सिੱਟੀ दी है। वो मिठी करके उहनूं चूसीदा, उहदे विच रस तां नहीं है। कबीर साहब कहते जिहदे मनुख दे विच गुण हुंदे आ, रस को गांढो चूसीए गुण को मरीए रोए। जदों मनुख चले जांदा उहदे गुणां नूं चेते करके रोईदा। अवगण आरे मानसे भले ना कहे है कोई। जिहड़े अवगण आर मनुख आ उन्हां नूं चेते नहीं कोई करदा, याद नहीं करदा। जिन्हां मनुखां दे अंदर गुण पैदा सन, जो नर दुख में दुख नहीं माने, सुख स्नेह अर पै नहीं जाके कंचन माटी माने। न निंदिया न उस्तत जाके लोभ मोह अभिमाना, हरख सोग ते रहे नियारो नाहे मान अपमाना। आसा मनसा सगल त्यागे जगते रहे नरासा, काम क्रोध जय परसे नाहिन ते घट ब्रह्म निवासा। गुर कृपा जे नर को कीनी ते जुगत पछानी, नानक लीन पयो गोबिंद सिंह ज्यों पानी संग पानी। ए 16 गुण ने। देखो अपने अंदर झाती मारो किहड़ा किहड़ा गुण किसी दे विच है। जिदण ये गुण पूरे हो गए तो पानी विच पानी रल जू। जिदण ये गुण पूरे हो गए, अनहद बाणी गुर शब्द जानी, हर नाम हर रस भोगो। कहे नानक प्रभ आप मिलिया करन कारण जोगो। गुरु के शब्द के नाल अनहद बाणी की समझ लग जाती है। अनहद बाणी गुर शब्द जानी, हर नाम हर रस भोगो। कहे नानक प्रभ आप मिलिया, उन्होंने परमेश्वर आप आके मिल गया करन कारण जोगो। जिन्हों ने गुरु की बाणी गुरु का शब्द का आसरा लिया, ऐसे महात्मा पुरुषों की रचना तो निकलिया हुए शब्द जिहड़े मनुख कमाई कर जाते हैं, उन्होंने मनुखों की सदा जीवन के विच उन्होंने मनुखों को दुनिया याद करती है। उन्होंने मनुखों की शोभा एक युग नहीं, पता नहीं किन्ने युग उन्होंने शोभा युग युग होई। कोई न मेटन हारा, नानक तिनके सद बलिहारे, जिन हर राख्या और तारा। सतयुग तो लैके जिन्हें भगत होए उन्होंने दुनिया अज तक चेते करती है, उन्होंने भुलाया नहीं है। किन्ने राजे होए है, राजिਆਂ कोई चेते करता। बिल्डिंगां सब बरान हो गई, बड़े बड़े महल लोगों के धरती से डिग पे, किसी ने चेते नहीं किया उन्होंने। जिन्होंने परमेश्वर को चेते किया, संसार के लोगों ने उन्होंने चेते किया। ये संप्रदा भाई दया सिंह जी जी संत महाराज जी हरखोवालिए उन्होंने संप्रदा है। 10वीं जगह पर संत महाराज जी हरखोवालिए भाई दया सिंह जी तो सन, और उन्होंने तो बड़े साधु बरोस आए। जिदा दीवे तो दीवा जगदा, वो भी दीवा प्रकाश करन लग जाता। ये नहीं पता लगता पहला दीवा किहड़ा जगया, ए जगया जां ए जगया, क्योंकि प्रकाश तो एक ही है। जिहदे अंदर हिरदे च प्रकाश हो गया, उन्होंने अंदर ही दिसण लग गया। जो ब्रह्मंडे सोई पिंडे, जो खोजे सो पावै। परण बै पीता पीपा परम तत्त है, सतगुर होए लखावै। महापुरुष की संगत तो बिना जीव का भला नहीं हो सकता। भावें जिन्ने मर्जी जन्म लग्या रहे, जिहड़ा जे कोई मनुख कहे भी मैं ऐदां चले जाऊँ, सियाणिਆਂ ਦੇ तत्त कढ़े हुए ने। जिहड़ा अनजान बंदा वो तिन्ने सज़ा भुगदा, जिहड़ा जाणकीर है ओके। जिद्दां एक मनुख ने किसी के गंढे पट लै, वो कहंदे भी तैनूं कहना कुछ नहीं आ, जां 100 गंढे खा ला, जां 100 रुपया दे दे, जां 100 जुत्तियां खा ला। वो कहंदा जी गंढे ही खा लवांगे। 100 गंढा 100 गिण के रख दिता, 70-80 गंढे खा गया। कहंदा जी खा नहीं होने, 100 जुत्ती मार लो। 70-80 जुत्तियां मारियां उन्होंने। कहंदा जी ये खा नहीं होणियां, 100 रुपया लै लो। जिहड़ा अनजान है, जाणकीर पुरख नहीं, वो तिन्ने सज़ा भोगदा। जिहड़ा जाणकीर है एक ही सज़ा भोगदा। वो परमेश्वर के नाम नूं जुड़न वास्ते जिहड़े गुण चाहीदे आ, वो गुणां नूं ग्रहण करन वास्ते महापुरखां दी संगत उन्नी जरूरी है जिन्नी थानूं अध्यापक की जरूरत पई आ स्कूल में जाण दी,
ਸੰਸਾਰੀ ਪੜ੍ਹਾਈ ਪੜ੍ਹਨ ਵਾਸਤੇ ਅਧਿਆਪਕ ਦੀ ਜ਼ਰੂਰਤ ਹੈ, ਇਸੇ ਤਰ੍ਹਾਂ ਉਨੀ ਧਾਰਮਿਕ ਪੱਖ ਦੇ ਅੰਦਰ ਪੜ੍ਹਾਈ ਪੜ੍ਹਨ ਦੀ ਜ਼ਰੂਰਤ ਹੈ, ਮਹਾਂਪੁਰਸ਼ਾਂ ਦੀ ਸੰਗਤ ਦੀ ਜ਼ਰੂਰਤ ਹੈ। ਬ੍ਰਹਮ ਜਾਂਦਾ ਨਹੀਂ ਕਿਤੇ, ਸਾਧੂ ਨਹੀਂ ਜਾਂਦਾ ਕਿਤੇ, ਜੇ ਕੋਈ ਕਹੇ ਵੀ ਚਲਿਆ ਗਿਆ। ਇੱਕ ਵਾਰੀ ਸੰਤ ਮਹਾਰਾਜ ਨੂੰ ਕਿਸੇ ਨੇ ਪੁੱਛਿਆ ਸੀ, ਮਹਾਰਾਜ ਸਾਧੂ ਮਰ ਕੇ ਵੀ ਆਪਣੇ ਜਗਿਆਸੂਆਂ ਦੀ ਸੰਭਾਲ ਕਰਦਾ? ਕਹਿਣ ਲੱਗੇ, ਸੰਤ ਜੀ ਉਹ ਫਿਰ ਜਿਹੜਾ ਮਰ ਕੇ ਸੰਭਾਲ ਨਹੀਂ ਕਰਦਾ ਫਿਰ ਜੀਵੇ ਹੋਇਆ, ਫਿਰ ਬ੍ਰਹਮ ਨਾ ਹੋਇਆ। ਜਿਹੜਾ ਬ੍ਰਹਮ ਹੈ ਉਹਨੂੰ ਜਦੋਂ ਤੁਸੀਂ ਯਾਦ ਕਰੋਗੇ ਉੱਥੇ ਹਾਜ਼ਰ ਹੈ। ਜਿਹੜਾ ਪਾਣੀ ਵਿੱਚ ਪਾਣੀ ਰਲ ਗਿਆ ਉਹ ਤਾਂ ਫਿਰ ਕਿਤੇ ਜਾਂਦਾ ਨਹੀਂ ਹੈ। ਨਦੀ ਸਮੁੰਦਰ ਵਿੱਚ ਰਲ ਗਈ ਉਹ ਤਾਂ ਕਿਤੇ ਖਤਮ ਹੁੰਦੀ ਨਹੀਂ ਹੈ, ਉਹ ਤਾਂ ਇੱਕੋ ਹੀ ਸਰੂਪ ਹੋ ਗਈ। ਜਿਹੜੇ ਮਹਾਂਪੁਰਸ਼ ਪਰਮੇਸ਼ਰ ਦਾ ਸਿਮਰਨ ਕਰਦੇ ਆ, ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਣ, ਦਿਨ ਰਾਤ ਪਰਮੇਸ਼ਰ ਦਾ ਭਜਨ ਕਰਨਾ। ਇੱਕ ਚੰਡੀਗੜ੍ਹ ਸੰਤ ਬਾਬਾ ਕਰਤਾਰ ਸਿੰਘ ਜੀ ਹੋਏ ਆ, ਮਨੀ ਮਾਜਰੇ ਵਾਲੇ। ਉਹਨਾਂ ਦੇ ਕੋਲ ਕੋਈ ਪ੍ਰੇਮੀ ਗਿਆ, ਉਹਨੇ ਮੈਨੂੰ ਫਿਰ ਇਹ ਗੱਲ ਸੁਣਾਈ। ਕਹਿੰਦਾ ਬਾਬਾ ਕਰਤਾਰ ਸਿੰਘ ਦੇ ਮੈਂ ਦਰਸ਼ਨ ਕਰਨ ਗਿਆ ਸੀ ਮਨੀ ਮਾਜਰੇ, ਹੁਣ ਤਾਂ ਉਹ ਸਰੀਰ ਛੱਡ ਕੇ ਟਾਈਮ ਹੋ ਗਿਆ। ਕਹਿੰਦੇ ਮੈਂ ਉਹਨਾਂ ਨੂੰ ਪੁੱਛਣ ਗਿਆ, ਮਹਾਰਾਜ ਮੈਨੂੰ ਵੀ ਕੋਈ ਰਸਤਾ ਦੱਸ ਦਿਓ ਪਰਮੇਸ਼ਰ ਦੇ ਮਿਲਣ ਦਾ। ਉਹ ਕਹਿਣ ਲੱਗੇ, ਉਹਦਾ ਨਾਂ ਲੈ ਕੇ ਕਹਿਣ ਲੱਗੇ, ਗੁਰਮੁਖਾ ਮੈਨੂੰ ਤਾਂ ਜਿੱਦਾਂ ਸੰਤ ਮਹਾਰਾਜ ਹਰਖੋ ਵਾਲੀਆਂ ਨੇ ਦੱਸਿਆ ਮੈਂ ਤੈਨੂੰ ਉੱਦਾਂ ਸਮਝਾ ਦਿੰਦਾ, ਤੂੰ ਵੀ ਉੱਦਾਂ ਕਰ ਲਿਆ ਕਰ। ਕਹਿੰਦਾ ਮੈਂ ਕਿਸੇ ਸੰਤ ਮਹਾਤਮਾ ਨੂੰ ਮੰਨਦਾ ਨਹੀਂ ਸੀ। ਜਦੋਂ ਗੁਰਦੁਆਰੇ ਇੱਥੇ ਸੰਤ ਮਹਾਰਾਜ ਆਏ ਤੇ ਮੈਂ ਵੀ ਗਿਆ, ਤੇ ਮੇਰੇ ਨਾਲ ਇੱਕ ਹੋਰ ਪ੍ਰੇਮੀ ਸੀ, ਅਸੀਂ ਵੀ ਗਏ। ਮੇਰੀ ਕੋਈ ਸ਼ਰਧਾ ਸ਼ੁਰਧਾ ਸੰਤਾਂ 'ਤੇ ਹੈ ਨਹੀਂ ਸੀ। ਕਹਿੰਦੇ ਜਦੋਂ ਮੈਂ ਫਿਰ ਦੁਬਾਰਾ ਮੈਂ ਗਿਆ ਨਾ, ਨਾਲ ਦਾ ਜਾਂਦਾ ਰਿਹਾ। ਉਹਨੂੰ ਸੰਤ ਮਹਾਰਾਜ ਪੁੱਛਣ ਲੱਗੇ, ਤੇਰੇ ਨਾਲ ਦਾ ਨਹੀਂ ਆਇਆ? ਕਹਿੰਦੇ ਮਹਾਰਾਜ ਉਹ ਕੋਈ ਸੰਤਾਂ ਦੇ ਖਿਲਾਫ ਹੀ ਬੋਲਦਾ, ਉਹ ਮਹਾਰਾਜ ਸੰਤਾਂ 'ਤੇ ਸ਼ਰਧਾ ਨਹੀਂ ਹੈ। ਕਹਿਣ ਲੱਗੇ ਉਹਨੂੰ ਲੈ ਕੇ ਆਈ। ਕਹਿਣ ਦੂਜੇ ਦਿਨ ਮੈਨੂੰ ਉਹਨੂੰ ਆ ਕੇ ਗਿਆ, ਮੈਂ ਫੇਰ ਨਾ ਗਿਆ। ਉਹਨੂੰ ਪੁੱਛਿਆ, ਕਹਿੰਦੇ ਤੇਰੇ ਨਾਲ ਦਾ ਨਹੀਂ ਆਇਆ? ਕਹਿੰਦਾ ਜੀ ਮਹਾਰਾਜ ਉਹ ਸੰਤਾਂ ਦੇ ਖਿਲਾਫ ਹੀ ਆ, ਉਹ ਕੁਛ ਪੁੱਠਾ ਹੀ ਬੋਲਦਾ ਸੰਤਾਂ ਨੂੰ। ਸੰਤ ਮਹਾਰਾਜ ਦੇ ਨਾਲ ਇੱਕ ਕਥਾਵਾਚਕ ਸੀ, ਉਹ ਕਥਾਵਾਚਕ ਵਿਦਵਾਨ ਸੀ। ਜਦੋਂ ਨਾ ਆਇਆ ਤਾਂ ਸੰਤ ਮਹਾਰਾਜ ਕਹਿਣ ਲੱਗੇ ਉਹਨੂੰ ਕੋਈ ਤੇਰੇ ਨਾਲ ਵਿਚਾਰ ਕਰਨੀ ਹੈ, ਬਾਣੀ ਦੀ ਵਿਚਾਰ ਕਰਨੀ ਹੈ। ਉਹ ਫਿਰ ਬਈ ਜਿਹੜੇ ਚੁੰਝ ਪਸਾਉਣ ਵਾਲੇ, ਇਹ ਤਾਂ ਫਿਰ ਵਿਚਾਰ ਕਰਨ ਵਾਲਾ ਲੱਭਦੇ ਤੇ ਸਾਨੂੰ ਕੋਈ ਲੱਭ ਜਾਵੇ ਉਹਨਾਂ ਪਸਾਈਏ ਚੁੰਝ। ਉਹ ਇੰਨੀ ਗੱਲ ਸੁਣ ਕੇ ਆ ਗਿਆ। ਜਦੋਂ ਆਇਆ ਤੇ ਉਹਨੇ ਫਿਰ ਜਿਹੜਾ ਸੰਤ ਮਹਾਰਾਜ ਦੇ ਨਾਲ ਵਿਦਵਾਨ ਸੀ ਉਹਨੇ ਸਵਾਲ ਕੀਤਾ ਤੇ ਉਹਨੇ ਕੱਢ ਦਿੱਤਾ। ਜਦੋਂ ਇਹਨੇ ਸਵਾਲ ਕੀਤਾ ਤੇ ਉਹ ਫਸ ਗਿਆ। ਉਹਨੇ ਦੇਖਿਆ ਵੀ ਕਿਸੇ ਬੰਦੇ ਦਾ ਬੰਦਾ ਹਾਰ ਜਾਵੇ ਉਹਦੇ ਮੂੰਹ 'ਤੇ ਨਮੋਸ਼ੀ ਹੁੰਦੀ, ਇਹਨਾਂ ਦੇ ਮੂੰਹ 'ਤੇ ਨਮੋਸ਼ੀ ਨਹੀਂ ਹੈ। ਸੰਤ ਮਹਾਰਾਜ ਕਹਿੰਦੇ ਇਹਦਾ ਜਵਾਬ ਤੈਨੂੰ ਇਹ ਨਹੀਂ ਮੈਂ ਦੇਵਾਂਗਾ। ਸੰਤ ਮਹਾਰਾਜ ਕਹਿੰਦਾ ਮੈਨੂੰ ਸ਼ਾਮ ਨੂੰ ਲੈ ਕੇ ਚਲੇ ਗਏ। ਉੱਥੇ ਸਾਡੇ ਕੂਣੀ ਸਾਹਿਬ ਉੱਚੇ ਨੀਵੇਂ ਖੇਤ ਸੀ, 2 ਫੁੱਟ ਦਾ ਖੇਤ ਦਾ ਫਰਕ ਸੀ। ਸੰਤ ਮਹਾਰਾਜ ਉੱਚੇ ਥਾਂ ਬਹਿ ਗਏ ਤੇ ਮੈਨੂੰ ਥੱਲੇ ਬਹਾਲ ਲਏ। ਬਹਾਲ ਕੇ ਕਹਿੰਦੇ ਸਾਰੀ ਗੱਲ ਸਮਝਾਈ। ਕਹਿਣ ਲੱਗੇ ਇਹ ਸ਼ਬਦ ਦਾ ਜਾਪ ਕਰਨਾ ਇਸ ਤਰੀਕੇ ਨਾਲ ਕਰਨਾ ਤੇ 2.5 ਘੰਟੇ ਸਵੇਰ ਨੂੰ ਬੈਠਣਾ। ਕਹਿੰਦਾ ਜੀ 7 ਵਚਨ। ਕਹਿੰਦੇ ਇੱਕ ਦਿਨ ਮੈਂ ਫਿਰ ਸੰਤ ਮਹਾਰਾਜ ਫਿਰ ਮਿਲੇ, ਮੈਂ ਲੱਗ ਗਿਆ ਕਰਨ। ਨਹੀਂ ਸੰਤ ਮਹਾਰਾਜ ਅੱਖਾਂ ਮੀਟ ਕੇ ਬਹਿ ਗਏ ਤੇ ਮੈਂ ਵੀ ਅੱਖਾਂ ਮੀਟ ਲਈ। ਮੈਨੂੰ ਕਹਿੰਦੇ ਅੱਖਾਂ ਮੀਟ ਲਾ। ਕਹਿੰਦੇ ਸ਼ਬਦ ਦਾ ਜਾਪ ਕਰ। ਮੈਨੂੰ ਥੋੜ੍ਹੇ ਚਿਰ ਬਾਅਦ ਕਹਿੰਦਾ ਮੈਂ ਅੱਖਾਂ ਮੀਟੀਆਂ, ਮੈਂ ਖੋਲ੍ਹ ਕੇ ਦੇਖ ਲਿਆ ਕਰਾਂ। ਮਹਾਰਾਜ ਨੇ ਅੱਖਾਂ ਮੀਟੀਆਂ। ਕਹਿੰਦਾ ਮੈਂ ਖੋਲ੍ਹ ਕੇ ਦੇਖ ਲਿਆ ਕਰਾਂ। ਫਿਰ ਮਹਾਰਾਜ ਅੱਖਾਂ ਖੋਲ੍ਹ ਕੇ ਕਹਿੰਦੇ ਕੋਈ ਪਤਾ ਲੱਗਾ? ਕਹਿੰਦਾ ਜੀ ਨਹੀਂ। ਕਹਿੰਦੇ ਫਿਰ ਅੱਖਾਂ ਮਹਾਰਾਜ ਨੇ ਮੀਟ ਲਈਆਂ। ਕਹਿੰਦਾ ਮੈਂ ਵੀ ਮੀਟ ਲਈਆਂ। ਕਹਿੰਦਾ ਫਿਰ ਮੈਂ ਖੋਲ੍ਹ ਕੇ ਦੇਖਦਾ ਰਿਹਾ ਤਾਂ ਉਹ ਨਹੀਂ ਮੀਟੀਆਂ ਸੀ। ਤੇ ਜਿਹਦੇ ਅੰਦਰ ਕੁਛ ਦੀਦਾ ਨਹੀਂ ਉਹ ਫਿਰ ਬਾਹਰ ਨੂੰ ਹੀ ਦੇਖਦਾ। ਉਹਨੇ ਅੱਖਾਂ ਖੋਲ੍ਹਣੀਆਂ ਸੀ ਜਦ ਅੰਦਰ ਨਹੀਂ ਕੁਛ ਵੀ ਦੀਦਾ ਸੀ। ਜਿਹਨੂੰ ਅੰਦਰ ਦੀਦਾ ਉਹ ਫਿਰ ਬਾਹਰ ਨੂੰ ਦੇਖਦਾ ਨਹੀਂ ਆ। ਕਹਿੰਦਾ ਮਹਾਰਾਜ ਨੇ ਫਿਰ ਅੱਖਾਂ ਖੋਲ੍ਹੀਆਂ। ਕਹਿੰਦੇ ਤੇ ਕੁਛ ਦੱਸਿਆ? ਕਹਿੰਦਾ ਜੀ ਨਹੀਂ। ਕਹਿੰਦੇ ਚੰਗਾ ਸ਼ਬਦ ਦਾ ਜਾਪ ਕਰੀ, 2.5 ਘੰਟੇ ਰੋਜ਼ ਕਰਨੇ। ਕਹਿੰਦਾ ਜੀ ਮੈਂ ਕਰਦਾ ਰਿਹਾ, 2-3 ਮਹੀਨੇ ਲੱਗਾ ਰਿਹਾ। ਇੱਕ ਦਿਨ ਮਹਾਰਾਜ ਮੈਨੂੰ ਮਿਲੇ। ਕਹਿੰਦੇ ਕਿੱਦਾਂ ਕਾਕਾ ਕੁਛ ਪਤਾ ਲੱਗਾ? ਕਹਿੰਦਾ ਜੀ ਮੈਂ ਕਿਹਾ ਨਹੀਂ। ਕਹਿੰਦੇ ਲੱਗਾ ਰਿਹਾ, ਉਹਦਾ ਲਾਈਨ ਕਲੀਅਰ ਆ। ਠੀਕ ਆ, ਲੱਗਾ ਰਿਹਾ। ਕਹਿੰਦਾ ਜੀ ਇੱਕ ਵਾਰ ਫਿਰ ਮੈਨੂੰ ਮਹਾਰਾਜ ਮਿਲੇ। ਕਹਿੰਦੇ 5-6 ਮਹੀਨੇ ਲੱਗ ਗਏ। ਕਹਿੰਦੇ ਮਹਾਰਾਜ ਕਹਿੰਦੇ ਕੁਛ ਪਤਾ ਲੱਗਿਆ? ਕਹਿੰਦਾ ਜੀ ਨਹੀਂ। ਕਹਿੰਦੇ ਕੋਈ ਨਹੀਂ, ਲੱਗਾ ਰਿਹਾ, ਲਾਈਨ ਠੀਕ ਆ, ਕਲੀਅਰ ਆ। ਕਹਿੰਦਾ ਇੱਕ ਦਿਨ ਜੀ ਮੈਂ ਬੈਠਾ ਸੀ, ਉਹਨੇ ਜਿੱਦਾਂ ਮੈਨੂੰ ਗੱਲ ਸੁਣਾਈ ਉਹ ਮੋਰੇ ਉਹ ਗੁਰਮੁਖ ਨੇ। ਕਹਿੰਦਾ ਜੀ ਉਹ ਕਹਿੰਦਾ ਮੈਂ ਇੱਕ ਦਿਨ ਬੈਠਾ ਸੀ, ਕਹਿੰਦਾ ਭਜਨ ਤੇ ਮੈਨੂੰ ਇੱਦਾਂ ਭੁਲੇਖਾ ਜਿਹਾ ਪਿਆ, ਮੇਰੇ ਸਿਰ 'ਚ ਇੱਕ ਸਪੋਲੀਆ ਜਿਹਾ ਘੁੰਮਿਆ। ਕਹਿੰਦੇ ਮੈਂ ਕਿਹਾ ਮੇਰੇ ਸਿਰ 'ਚ ਸਪੋਲੀਆ ਚੜ੍ਹ ਗਿਆ।
ਕਹਿੰਦਾ ਮੈਂ ਪੱਗ ਪੁੱਗ ਲਾ ਕੇ ਜਦ ਦੇਖਿਆ ਤਾਂ ਲੱਭਾ ਕੁਛ ਨਹੀਂ। ਮੈਂ ਘਰ ਵਾਲੀ ਨੂੰ ਕਿਹਾ ਦੇਖ ਤਾਂ ਇੱਥੇ ਸਪੋਲੀਆ ਮੇਰੇ ਸਿਰ ਤੇ ਚੜ੍ਹ ਗਿਆ। ਕਹਿੰਦਾ ਪਤਾ ਨਾ ਲੱਗਿਆ। ਕਹਿੰਦਾ ਫਿਰ ਮੈਂ ਪੱਗ ਬੰਨ੍ਹ ਲਈ। ਜਾਂ ਮੈਂ ਫਿਰ ਪੱਗ ਬੰਨ੍ਹਾਂ ਤਾਂ ਕਹਿੰਦਾ ਫਿਰ ਸਪੋਲੀਆ ਚੜ੍ਹ ਜਾਇਆ ਕਰੇ, ਦਾ ਪਤਾ ਨਾ ਲੱਗੇ। ਇੱਦਾਂ ਕਰਦਿਆਂ ਕਰਦਿਆਂ ਇੱਕ ਦਿਨ ਕਹਿੰਦਾ ਫਿਰ ਮੇਰੇ ਅੰਦਰ ਪ੍ਰਕਾਸ਼ ਹੋ ਗਿਆ। ਕਹਿੰਦਾ ਵੀ ਗੁਰਮੁਖਾ 17 ਸਾਲ ਹੋ ਗਏ ਆ, ਉਹਨਾਂ ਮਹਾਂਪੁਰਸ਼ਾਂ ਦੀ ਕਿਰਪਾ ਦੇ ਨਾਲ ਮੈਂ 17 ਸਾਲਾਂ 'ਚ ਇੱਕ ਦਿਨ ਵੀ ਸੁੱਤਾ ਨਹੀਂ ਆ। ਕਹਿੰਦਾ ਮੇਰਾ ਹੁਣ ਸਿਮਰਨ ਚੱਲ ਰਿਹਾ। ਮੈਨੂੰ ਕੋਈ ਸਰੀਰ ਦਾ ਕਹਿੰਦਾ ਮੇਰੇ ਘਰ ਵਾਲੀ ਖਿਆਲ ਰੱਖਦੀ ਹੈ, ਮੈਨੂੰ ਬਹੁਤਾ ਪਤਾ ਨਹੀਂ ਹੈ, ਮੈਂ ਸਿਮਰਨ ਕਰੀ ਜਾਂਦਾ। 17 ਸਾਲਾਂ 'ਚ ਮੈਂ ਇੱਕ ਦਿਨ ਵੀ ਸੁੱਤਾ ਨਹੀਂ ਹੈ। ਤੂੰ ਵੀ ਇੱਦਾਂ ਕਰ ਲਿਆ ਕਰ ਜਿੱਦਾਂ ਮੈਨੂੰ ਮਹਾਂਪੁਰਸ਼ਾਂ ਨੇ ਦੱਸਿਆ ਸੀ, ਤੂੰ ਵੀ ਇੱਦਾਂ ਹੀ ਕਰ ਲਿਆ ਕਰ। ਉਹ ਗੁਰਮੁਖ ਕਹਿੰਦਾ ਮੇਤੇ ਤਾਂ ਫਿਰ ਹੋਇਆ ਨਹੀਂ। ਮੈਂ ਕਹਿੰਦਾ ਉਹਨਾਂ ਸੰਤਾਂ ਦੇ ਦਰਸ਼ਨ ਕਰਕੇ ਆਇਆ ਸੀ। ਜਨਮ ਜਨਮ ਕਾ ਵਿਛੜਿਆ ਹੋਵੇ ਫਿਰ ਹਰ ਸਿਉ ਆਣ ਮਿਲਾਵੇ। ਜਨਮਾਂ ਜਨਮਾਂਤਰਾਂ ਦੇ ਵਿਛੜੇ ਹੋਏ ਜੀਵ ਨੂੰ ਚੱਕ ਕੇ ਉਹਦੀ ਲਾਈਨ ਸਿੱਧੀ ਕਰ ਦੇਣੀ। ਜਿੱਦਾਂ ਟੈਲੀਵਿਜ਼ਨ ਦੀ ਇੱਕ ਤਾਰ ਲਾ ਦਿਓ, ਉਹਦੀ ਫੋਟੋ ਵੀ ਆਉਣੋਂ ਹਟ ਜਾਂਦੀ ਹੈ ਅਤੇ ਆਵਾਜ਼ ਵੀ ਆਉਣੋਂ ਹਟ ਜਾਂਦੀ ਹੈ। ਜਿਹੜਾ ਜਾਣਕੀਰ ਬੰਦਾ ਉਹਦੀ ਇੱਕ ਤਾਰ ਜੋੜ ਦੇਵੇ, ਅੰਦਰ ਲਾਈਟ ਵੀ ਦਿਸਣ ਲੱਗ ਜਾਂਦੀ ਅਤੇ ਲਾਈਟਾਂ ਦੇ ਆਵਾਜ਼ ਵੀ ਸੁਣਨ ਲੱਗ ਜਾਂਦੀ ਹੈ। ਆਵਾਜ਼ ਉਨਾ ਚਿਰ ਨਹੀਂ ਸੁਣਦੀ ਜਿੰਨਾ ਚਿਰ ਬਾਹਰਲੀ ਆਵਾਜ਼ ਨਹੀਂ ਬੰਦ ਹੁੰਦੀ। ਕਈ ਵਾਰ ਬੰਦੇ ਕਹਿੰਦਾ ਵੀ ਬਾਹਰਲਾ ਦਰਵਾਜ਼ਾ ਬੰਦ ਕਰ, ਮੈਨੂੰ ਗੱਲ ਸੁਣਦੀ ਨਹੀਂ ਆ। ਉਹ ਅੰਦਰ ਬੈਠ ਕੇ ਸੁਣਦਾ। ਜਦੋਂ ਬਾਹਰਲੀਆਂ ਆਵਾਜ਼ਾਂ ਬੰਦ ਹੋ ਜਾਂਦੀਆਂ ਫਿਰ ਅੰਦਰਲੀ ਆਵਾਜ਼ ਸੁਣਦੀ ਹੈ। ਇਹ ਅੰਦਰ ਬਾਂਦਰ ਗੁਟਕਾ ਫੜ ਕੇ ਵੀ ਬਾਹਰਲੀ ਆਵਾਜ਼ ਸੁਣੀ ਜਾਂਦਾ ਹੈ। ਅੰਦਰ ਭੋਰੇ 'ਚ ਬੈਠ ਕੇ ਵੀ ਬਾਹਰਲੀ ਆਵਾਜ਼ ਸੁਣੀ ਜਾਂਦਾ। ਬਾਹਰਲੀ ਆਵਾਜ਼ ਬੰਦ ਹੋ ਜਾਵੇ, ਮੂੰਦਲੀਏ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੇ। ਜਦੋਂ ਬਾਹਰਲੀ ਆਵਾਜ਼ ਖਤਮ ਹੋ ਗਈ, ਕੰਨ ਬਾਹਰੋਂ ਸੁਣਨੋਂ ਬੰਦ ਹੋ ਗਿਆ, ਅੱਖਾਂ ਬਾਹਰੋਂ ਦੇਖਣੋਂ ਬੰਦ ਹੋ ਗਈਆਂ। ਅੱਖਾਂ ਭਾਵੇਂ ਮੀਟ ਵੀ ਲਓ ਦੇਖਦੀਆਂ ਫਿਰ ਵੀ ਹੈ। ਕਹਿੰਦੇ ਜਦੋਂ ਇਹ ਸਾਰੇ ਇੰਦਰੇ ਬਾਹਰੋਂ ਅੰਦਰ ਮੁੱਖ ਹੋ ਗਏ, ਫਿਰ ਅੰਦਰ ਬੈਠਾ ਪਰਮੇਸ਼ਰ ਦਿਸ ਗਿਆ ਇਹਨੂੰ। ਫਿਰ ਇਹੀ ਇੱਕ ਤਰੀਕਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੱਸਿਆ ਹੋਇਆ, ਮੂੰਦਲੀਏ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੇ। ਬਾਹਰੋਂ ਦਰਵਾਜ਼ਿਆਂ ਨੂੰ ਬੰਦ ਕਰ ਲਿਆ, ਅੰਦਰਲੀ ਆਵਾਜ਼ ਸੁਣਨ ਲੱਗ ਗਈ। ਇਹ ਅੰਦਰ ਜਦ ਇਹਨੂੰ ਕੋਈ ਆਸਰਾ ਨਹੀਂ ਦਿਸਦਾ, ਕੋਈ ਮਹਾਂਪੁਰਸ਼ ਮਹਾਤਮਾ ਲੋਕ ਇਹ ਤਰੀਕਾ ਦੱਸਦੇ ਆ ਜਿੱਦਾਂ ਭਾਈ ਅੰਦਰ ਹਨੇਰੇ ਦੇ ਵਿੱਚ ਕਿਸੇ ਮਨੁੱਖ ਨੂੰ ਕੁਛ ਨਹੀਂ ਦਿਸਦਾ। ਇੱਕ ਬੰਦਾ ਬੈਟਰੀ ਮਾਰ ਕੇ ਦਿਖਾਉਂਦਾ ਪਿਆ ਇਹ ਅੰਦਰ ਚੀਜ਼ ਪਈ ਆ, ਉਹਨੂੰ ਇੱਕ ਵਾਰ ਪਤਾ ਲੱਗ ਗਿਆ ਇੱਥੇ ਇਹ ਪਈ ਆ, ਫਿਰ ਉਹਦੇ ਆਸਰੇ ਨਾਲ ਉਹ ਬੈਠਾ ਰਹਿੰਦਾ। ਮਹਾਤਮਾ ਲੋਕ ਆਪਣੀ ਬਖਸ਼ਿਸ਼ ਕਰਕੇ ਇੱਕ ਵਾਰੀ ਲਸ਼ਕਾਰਾ ਦਿਖਾ ਦਿੰਦੇ, ਇਹਦੀ ਹੁਣ ਤੂੰ ਕਮਾਈ ਕਰ ਲੈ, ਤੈਨੂੰ ਅੰਦਰ ਹੀ ਲੈਟ ਹੋ ਜਾਣੀ, ਫਿਰ ਆਪੇ ਦਿਸਣ ਲੱਗ ਜਾਣਾ। ਉਹ ਕਮਾਈ ਕਰਕੇ ਜਿਹੜੇ ਮਹਾਤਮਾ ਨੇ ਉਹਨਾਂ ਦਾ ਬਚਨ ਮੰਨ ਕੇ ਕਮਾਈ ਕੀਤੀ ਹੈ, ਉਹਨਾਂ ਨੂੰ ਪ੍ਰਾਪਤੀ ਹੋਈ ਹੈ। ਜਿਨ੍ਹਾਂ ਨੇ ਬਚਨ ਨੂੰ ਮੰਨ ਕੇ ਕਮਾਈ ਕਰ ਲਈ, ਬਾਬਾ ਫਰੀਦ ਸਾਹਿਬ ਜੀ ਦਾ ਭਾਣਜਾ ਹੋਇਆ ਜਿਹਦਾ ਨਾਮ ਹੈ ਸਾਬਰੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦਾ ਜ਼ਿਕਰ ਆਉਂਦਾ। ਯੂਪੀ ਦੇ ਇਲਾਕੇ ਵਿੱਚ ਕਲੀਅਰ ਸਟੇਸ਼ਨ ਪੈਂਦਾ, ਉੱਥੇ ਉਹਨਾਂ ਦਾ ਸਥਾਨ ਹੈ। ਬਾਬਾ ਫਰੀਦ ਸਾਹਿਬ ਜੀ ਉਹਨਾਂ ਦੀ ਭੈਣ ਲੈ ਕੇ ਉਹਨੂੰ ਮੁੰਡੇ ਨੂੰ ਆਈ, ਕਹਿੰਦੀ ਵੇ ਭਰਾਵਾ ਸਰੀਰ ਇਹਦਾ ਕਮਜ਼ੋਰ ਬਹੁਤ ਹੈ, ਇੱਥੇ ਤੇਰੇ ਦਾ ਪਦਾਰਥ ਬਹੁਤ ਹੈ, ਤਕੜਾ ਹੋ ਜਾਊਗਾ, ਮੈਨੂੰ ਗਰੀਬੀ ਆ, ਇਹਨੂੰ ਇੱਥੇ ਰੱਖ ਲਾ। ਬਾਬਾ ਫਰੀਦ ਸਾਹਿਬ ਉਹਨੂੰ ਕਹਿਣ ਲੱਗੇ ਕਾਕਾ ਚੱਲ ਤੂੰ ਲੰਗਰ ਵਰਤਾ। ਉਹ ਵਰਤਾਉਣ ਲੱਗ ਗਿਆ। ਥੋੜ੍ਹੇ ਮਹੀਨੇ ਕੁ ਬਾਅਦ ਉਹਦੀ ਮਾਤਾ ਆਈ ਮੁੰਡੇ ਦੀ, ਕਹਿੰਦੀ ਭਰਾਵਾ ਇਹਨੂੰ ਤਾਂ ਮੈਂ ਤਕੜਾ ਹੋਣ ਨੂੰ ਛੱਡ ਗਈ ਸੀ, ਇਹ ਤਾਂ ਅੱਗੇ ਨੂੰ ਵੀ ਰਹਿ ਗਿਆ। ਬਾਬਾ ਫਰੀਦ ਸਾਹਿਬ ਕਹਿੰਦੇ ਇੱਥੇ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਬਾਜ਼ ਮਾਰੋ ਉਹਨੂੰ ਸੱਦੋ। ਸੱਦਿਆ, ਕਹਿੰਦੇ ਕਾਕਾ ਤੂੰ ਪ੍ਰਸ਼ਾਦਾ ਛਕਦਾ ਨਹੀਂ ਹੁੰਦਾ, ਇੱਥੇ ਇੰਨੇ ਪਦਾਰਥ ਹੈ ਛਕਦਾ ਨਹੀਂ ਹੁੰਦਾ। ਕਹਿੰਦਾ ਤੁਸੀਂ ਮੈਨੂੰ ਛਕਣ ਨੂੰ ਕਿਹਾ ਹੀ ਨਹੀਂ ਸੀ, ਤੁਸੀਂ ਮੈਨੂੰ ਕਿਹਾ ਵਰਤਾ, ਮੈਂ ਤਾਂ ਉਦੋਂ ਦਾ ਵਰਤਾਈ ਜਾਂਦਾ, ਤੁਸੀਂ ਮੈਨੂੰ ਛਕਣ ਦਾ ਤਾਂ ਨਾਂ ਵੀ ਨਹੀਂ ਲਿਆ ਸੀ। ਬਾਬਾ ਫਰੀਦ ਸਾਹਿਬ ਕਹਿੰਦੇ ਤੂੰ ਆਪਣਾ ਹਿੱਸਾ ਕੱਢ ਕੇ ਰੱਖ ਲਿਆ ਕਰ। ਉਹਨੇ ਆਪਣਾ ਹਿੱਸਾ ਕੱਢ ਕੇ ਰੱਖ ਲੈਣਾ, ਪ੍ਰਸ਼ਾਦੇ ਵਰਤਾਈ ਜਾਣੇ। ਜਦ ਮਹੀਨੇ ਕੁ ਬਾਅਦ ਉਹਦੀ ਫਿਰ ਆਈ ਮਾਤਾ, ਕਹਿੰਦੀ ਭਰਾਵਾ ਇਹ ਤਾਂ ਅੱਗੇ ਨੂੰ ਵੀ ਜਾਨ ਇਹਦੀ ਨਿਕਲ ਚੱਲੀ ਆ, ਦੇਖ ਕਿੱਦਾਂ ਦਾ ਮੂੰਹ ਇਹਦਾ ਹੋ ਗਿਆ। ਬਾਬਾ ਫਰੀਦ ਸਾਹਿਬ ਕਹਿੰਦੇ ਮਾਰੋ ਬਾਜ਼, ਮੈਂ ਤਾਂ ਉਹਨੂੰ ਕਿਹਾ ਸੀ ਆਪਣਾ ਹਿੱਸਾ ਕੱਢ ਕੇ ਰੱਖ ਲਿਆ ਕਰ। ਉਹਨੂੰ ਪੁੱਛਿਆ ਕਾਕਾ ਤੂੰ ਪ੍ਰਸ਼ਾਦਾ ਛਕਦਾ ਨਹੀਂ? ਕਹਿੰਦਾ ਜੀ ਤੁਸੀਂ ਹਿੱਸਾ ਕੱਢ ਕੇ ਰੱਖਣ ਨੂੰ ਹੀ ਕਿਹਾ ਸੀ, ਖਾਣ ਨੂੰ ਥੋੜ੍ਹਾ ਕਿਹਾ ਸੀ। ਉਹ ਦੇਖ ਲਓ ਸਾਰੇ ਹਿੱਸੇ ਪਏ ਹੀ ਆ ਉੱਥੇ, ਮੈਂ ਕੱਢ ਕੇ ਰੱਖਦਾ ਰਿਹਾ। ਬਾਬਾ ਫਰੀਦ ਸਾਹਿਬ ਨੇ ਫਿਰ ਇੱਕ ਬਚਨ ਉਚਾਰਿਆ ਉਹਦੇ ਪ੍ਰਤੀ, ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਕਹਿੰਦੇ ਸਬਰ ਅੰਦਰ ਸਾਬਰੀ ਤਨ ਏਵੇ ਜਲੇਨ, ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਇਹ ਰੱਬ ਦੇ ਨੇੜੇ ਬੰਦੇ ਹੁੰਦੇ ਆ, ਉਹਨਾਂ ਦੇ ਲੱਛਣ ਹੈ ਇਹ, ਜਿਹੜੇ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਸੰਭਾਲ ਕੇ ਤੇ ਪਹਿਰਾ ਦਿੰਦੇ ਆ ਜੀਵਨ ਭਰ, ਉਹਨਾਂ ਨੂੰ ਅੰਦਰ ਬਖਸ਼ਿਸ਼ ਹੋ ਜਾਂਦੀ ਆ। ਜਿਹੜੇ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਅਵੇਸਲਾ ਛੱਡ ਜਾਂਦੇ ਆ, ਉਹਨਾਂ ਵਿੱਚ ਕਮੀ ਰਹਿ ਜਾਂਦੀ, ਉਹਨਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ। ਉਹਨਾਂ ਦੇ ਜਿਹੜੇ ਕਰਮ ਹੈ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੰਦੇ। ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਪਰਮੇਸ਼ਰ ਨੂੰ ਮਿਲਣੇ ਦੀ ਇੱਛਾ ਤਾਂ ਹੈ,
पर मोरे कर्म नहीं पेश जान दिंदा। उन्हां कर्मां नूं कट्टण वास्ते महात्मा पुरखां दी संगत इन्नी जरूरी है। जिद्दां किसी एक बिजली मकैनिक की जरूरत है बिजली नूं ठीक करन वास्ते, इदां ही आत्मा की दुरुस्ती करन वास्ते, आत्मा नूं सिद्धी लैन ते लाउण वास्ते उन्नी महात्मा की जरूरत है। महापुरुषां की संगत उन्नी जरूरत है। जिन्नी मनुख नूं शरीर नूं भोजन की जरूरत है, उन्नी आत्मा नूं महात्मा पुरुषां की संगत की जरूरत है। ऐसे महापुरुषां की याद मनाउण वास्ते जिन्हें तुसी आए हो भाई, तरक्की करया करो, कोई ना कोई कोशिश करया करो। 5 मिनट 7 मिनट बैठ के उस प्रभु नूं चेते करया करो, जिन्हूं याद करया करो। जिन्हें सारा जीओ पाए पिंड जन साजिया, दिता पहनण खाण, अपने दास की आप पैज राखी, नानक सद करवाण। जीव आत्मा पाई है, शरीर दिता, खाण पीण नूं सारे भोजन दिते है, ਉਹਦਾ शुक्र करया करो, ਉਹਨੂੰ याद करया करो। ਉਹਨੂੰ जे याद करिए तो फिर वो भी चंगा समझदा। जे चेता ना बेशुकरा होवे, ना ਉਹਦਾ शुक्र ना अदा करे, ਉਹਨੂੰ याद ना करे, फिर वो भी ਇਹਨੂੰ चेते नहीं करता। ਜਿਹੜੇ ਉਹਨੂੰ चेते करते तो वो भी उन्होंने चेते करता। अर्जन ने कहा महाराज तुसी भी माला फड़ के बैठे हो, असी तो फड़नी है, तुहानू याद करते हैं, तुसी किहनू चेते करते? कहते अर्जन ਜਿਹੜੇ मैनू चेते करते, मैनू भी तो करने ही पैंदे, मैं भी तो उन्होंने चेते करदा ਜਿਹੜੇ मैनू चेते करते हैं। सवेर नूं उठ के अपना समा कढ़िया करो, थोड़ा बहुता जिन्ना भी किसी की कोशिश है कोशिश करया करो। मनुख कोई ना कोई पौड़ी चढ़ जाता। सो सारिਆਂ ਦਾ ਧੰਨਵਾਦ है। सतगुरु जी कृपा करन। ਜਿਹੜਾ कोई बाणी पढ़दा बाणी पढ़िया करो, सिमरन करया करो। ਜਾਂ महापुरुष का उपदेश है, बहुत सारे किंतु परंतु विच पए है। कोई कहता मूल मंत्र गुरप्रसाद ताई है, कोई कहता नानक होसी भी सच तक है, कोई कहता ए बाणी पढ़नी, कोई कहता ए नहीं पढ़नी। चेता रखियो एक ही गल मैं तुहानू दस देना, महापुरुष भावें जिथे तक मर्जी मंत्र दस दे, वो चाहे मूल मंत्र अद्धा दस दे, चाहे पूरा दस दे, चाहे किन्ना भी जो भी अखर दस दे, उस अखर ते पहरा दे दे, उही उहदा सबक है। इस विषय में नहीं पैना मूल मंत्र फलाना इन्ना पढ़दा फलाना इन्ना, जो सानू साडे अध्यापक ने सानू जो सबक दिता, असी तो वो सबक पढ़ना। असी दूजियां दे सबक मगर नहीं जाना। इन्हां टैलीविजनां ते देखिया ना करो, इन्हां लोकां दी निंदिया करन वाले लोकां नूं। आप तो निंदा करके भागी है, तुहानू सुनाउण वालियां नूं भी भागी बना दिंदे आ। करन ना सुने काहू की निंदा, करे ना सुने। जिन्हें करनी भारू उन्हें सुननी भी तो सुननी कन्ना राही पी लई, जिहड़ी करनी है मूँह राही कर दित्ती। दूजियां इन्हां नूं देखिया ना करो, इन्हां इहदे नालों बाणी पढ़ लिया करो, जां इहदे नालों भाई सिमरन कर लिया करो। इन्हां जां किसी महात्मा पुरुषां दी कोई उन्हां दी वचन पढ़ लिया करो किताबां विच। ਇਹ जिन्ने भी कथावाचक है एक दूजे की निंदिया करी जाते, ਉਹ ਤੇ चिक्कड़ सिट ਉਹ ਤੇ चिक्कड़ सिट। ये निंदिया उन्ना ही थोड़े अंदरों कालक ला के जाऊगी। जिहड़ी चीज़ अंदरों काली लंघनी उन्हें कालक करके जाना, जिहड़ी स्वच्छ चीज़ अंदरों लंघूगी स्वच्छ कर दूगी। किसी के औगण किसी की सिफत सलाह करो, अपने अंदरों कढ़ दिओ, थोड़े अंदर महक छड़ जाएगी, थोड़े अंदर भी वो गुण प्रवेश कर जाएंगे। जो तुसी किसी के गुणों को ग्रहण करते बोलते हैं, वो गुण है, वो गुण थोड़े अंदर भी अपना गुण छड्ड के जाएगा। जदों आप लोगों की निंदिया करते हैं, इदा वो इदा वो इदा, वो थोड़े अंदर भी कालक छड्ड के जाएगा। सो तरक्की करया करो, मेहनत करया करो। महापुरुषों का अज याद मनाई है। सतगुरु जी कृपा करन। आउंदे समय आउंदे साल विच पता नहीं किन्ने शरीर होने जां किन्ने नहीं होने। यह देखो दूसरे मुल्कों में की हाल हो रहे हैं। ये गुरु नानक की कृपा है थोड़ी इस धरती ते। उधर लोगों का देखो हाल की है, उन्होंने ये भी नहीं पता रब है कोई कि नहीं है। पशु तो भी लंघ गए, नहीं तो हरेक बंदे की मर्यादा है। हरेक घाह मझ घाह खांदी है, मांस नहीं खांदी। शेर मांस खांदा ते घाह नहीं खांदा। एक मनुख है जो हथ आई जाता, खाई जाता, सब कुछ खाई जाता। परमेश्वर तो बनाई विधि विधान नूं तोड़ दिता। जब मनुख किसी दे बनाए हुए विधि विधान नूं तोड़दा तो फिर वो भी फिर उन्हां ते रहम नहीं करता, फिर वो भी दया नहीं करता। देखो दूसरे मुल्कों में की हाल है। यह गुरु नानक की धरती है। तुसी बड़े खुशहाल हो, ठीक है, भावें सारी दुनिया दुखी है, पर जो कृपा गुरु नानक साहब की थोड़ी पंजाब की धरती या गुरसिखां ते है, उधर नहीं है। वो तो जीवां ते दया नहीं करते, पशुआं ते दया नहीं करते। साढ़े लोग जे कोई डुब गया तो उत्थे जाके गौरमेंटां नूं नहीं देखिया, जाके उन्हां दी मदद की है। दूसरिया स्टेटां विच भी
ਗੁਰੂ ਨਾਨਕ ਦੀ ਕਿਰਪਾ ਹੈ। ਗੁਰਸਿੱਖਾਂ ਨੇ ਦੂਜੀਆਂ ਸਟੇਟਾਂ 'ਚ ਵੀ ਜੇ ਭੀੜ ਬਣੀ ਹੈ ਤਾਂ ਉੱਥੇ ਜਾ ਕੇ ਵੀ ਉਹਨਾਂ ਦੀ ਮਦਦ ਕੀਤੀ ਹੈ। ਸੋ ਸਾਰਿਆਂ ਦਾ ਧੰਨਵਾਦ ਹੈ। ਮਿਹਨਤ ਕਰਿਆ ਕਰੋ, ਅੱਗੇ ਤੋਂ ਕਮਾਈ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਤਾਂ ਸਾਰਿਆਂ ਦਾ ਧੰਨਵਾਦ। ਜਿੰਨੇ ਗੁਰਸਿੱਖ ਮਨਾਉਂਦੇ ਆ, ਬੜੀ ਮਿਹਨਤ ਹੈ ਇਹਨਾਂ ਦੀ, ਬੜੇ ਪ੍ਰੇਮ ਨਾਲ, ਬਹੁਤ ਸ਼ਰਧਾ ਨਾਲ ਮਨਾਉਂਦੇ ਆ। ਸਾਰਿਆਂ ਦਾ ਧੰਨਵਾਦ ਹੈ ਜੀ। ਸਾਰੇ ਰਸਨਾ ਪਵਿੱਤਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।